ਅਹਿਮ ਮੁੱਦੇ ਤੇ ਵਿਚਾਰ ਚਰਚਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ। ਬੇहद ਖਾਸ ਮੁੱਦਾ ਭਾਰਤ ਅਤੇ ਕੈਨੇਡਾ ਦੇ ਵਿਚਾਲੇ ਵਿਗੜ ਰਹੇ ਸਬੰਧਾਂ ਦਾ। ਜਸਟਿਨ ਟਰੂਡੋ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਇੱਕ ਵਾਰ ਫਿਰ ਤੋਂ ਆਪਣੇ ਇਲਜ਼ਾਮ ਦੁਹਰਾਏ ਨੇ। ਉਹਨਾਂ ਨੇ ਕਿਹਾ ਕਿ ਕੈਨੇਡਾ ਨੇ ਕੋਈ ਵੀ ਗੱਲ ਹਵਾ ਦੇ ਵਿੱਚ ਨਹੀਂ ਕੀਤੀ, ਸਾਡੇ ਕੋਲ ਪੁਖਤਾ ਸਬੂਤ ਨੇ ਇਸ ਗੱਲ ਦੇ ਔਰ ਭਾਰਤ ਇਸ ਲਈ ਸਹਿਯੋਗ ਕਰੇ। ਨਾਲ ਹੀ ਉਹਨਾਂ ਨੇ ਵੀ ਕਿਹਾ ਕਿ ਭਾਰਤ ਦੁਨੀਆ ਦੇ ਲਈ ਇੱਕ ਅਹਿਮ ਦੇਸ਼ ਹੈ, ਭਾਰਤ ਨੂੰ ਚਾਹੀਦਾ ਹੈ ਕਿ ਸਾਡੇ ਨਾਲ ਜਾਂਚ ਦੇ ਵਿੱਚ ਸਹਿਯੋਗ ਕਰੇ ਤਾਂ ਜੋ ਸੱਚ ਹੈ ਜਿਹੜਾ ਉਹ ਸਾਰੀ ਦੁਨੀਆ ਦੇ ਸਾਹਮਣੇ ਆ ਸਕੇ। ਹੁਣ ਤੱਕ ਭਾਰਤ ਸਰਕਾਰ ਨੇ ਵੱਖ-ਵੱਖ ਕਾਰਵਾਈਆਂ ਕੀਤੀਆਂ, ਕੈਨੇਡਾ ਨੇ ਵੀ ਕੀਤੀਆਂ। ਭਾਰਤ ਨੇ ਜੋ 3 ਅਹਿਮ ਕਦਮ ਚੁੱਕੇ ਉਹਨਾਂ ਦੇ ਵਿੱਚ ਡਿਪਲੋਮੇਟ ਨੂੰ ਵਾਪਸ ਭੇਜਣਾ ਉਸਦੇ ਮੁਲਕ, ਦੂਜਾ ਐਡਵਾਈਜ਼ਰੀ ਜਾਰੀ ਕਰਨੀ ਭਾਰਤੀਆਂ ਦੇ ਲਈ, ਕੈਨੇਡਾ ਵਾਸਤੇ ਭਾਰਤੀਆਂ ਤੇ ਭਾਰਤੀ ਵਿਦਿਆਰਥੀਆਂ ਦੇ ਲਈ ਐਡਵਾਈਜ਼ਰੀ ਜਾਰੀ ਕਰਨੀ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਹਿੰਸਕ ਘਟਨਾਵਾਂ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਿਆ ਜਾਵੇ, ਉਹ ਥਾਵਾਂ ਤੋਂ ਜਾਣ ਦੀ ਗੁਰੇਜ਼ ਕੀਤਾ ਜਾਵੇ ਜਿੱਥੇ ਤੁਹਾਨੂੰ ਲੱਗੇ ਕਿ ਤਣਾਅ ਪੈਦਾ ਹੋ ਸਕਦਾ। ਔਰ ਤੀਜਾ ਸਭ ਤੋਂ ਵੱਡਾ ਕਦਮ ਚੁੱਕਿਆ ਕਿ ਵੀਜ਼ਾ ਸਿਸਟਮ ਹੈ ਜਿਹੜਾ ਆਪਣਾ ਵੀਜ਼ਾ ਸੇਵਾ ਜਿਹੜੀ ਉਹ ਬੰਦ ਕਰ ਦਿੱਤੀ ਫਿਲਹਾਲ ਕੈਨੇਡਾ ਵਾਸੀਆਂ ਦੇ ਲਈ। ਸੋ ਇਹ ਸਭ ਤੋਂ ਵੱਡਾ ਝਟਕਾ ਜਿਹੜਾ ਇਹ ਲੱਗਿਆ ਕਿਹਨੂੰ, ਭਾਰਤ ਵਾਸੀਆਂ ਨੂੰ ਵੀ, ਖਾਸ ਤੌਰ ਤੇ ਪੰਜਾਬੀਆਂ ਨੂੰ ਇਸ ਗੱਲ ਦਾ ਵੱਡਾ ਝਟਕਾ ਲੱਗਿਆ। ਫਟਾਫਟ ਤੁਹਾਨੂੰ ਕੁਝ ਸਵਾਲ ਤੇ ਉਹਨਾਂ ਦੇ ਜਵਾਬ ਤੁਹਾਨੂੰ ਦੱਸ ਦਨੇ ਜੋ ਤੁਹਾਡੇ ਜ਼ਿਹਨ ਦੇ ਵਿੱਚ ਵੀ ਨੇ। ਸਵਾਲ ਕੀ ਨੇ? ਕੈਨੇਡਾ ਵੀਜ਼ੇ ਨਾਲ ਜੁੜੇ ਹਰ ਸਵਾਲ ਦਾ ਜਵਾਬ ਤੁਹਾਨੂੰ ਦੇਵਾਂਗੇ। ਸਵਾਲ, ਕੈਨੇਡਾ ਵੀਜ਼ਾ ਮਾਮਲੇ ਦੇ ਵਿੱਚ ਕੀ ਕਾਰਵਾਈ ਹੋਈ ਹੈ? ਕਾਰਵਾਈ ਹੋਈ ਹੈ ਕੈਨੇਡਾ ਦੇ ਨਾਗਰਿਕਾਂ ਲਈ ਈ ਵੀਜ਼ਾ ਸਣੇ ਹਰ ਤਰ੍ਹਾਂ ਦੇ ਵੀਜ਼ਾ ਤੇ ਭਾਰਤ ਨੇ ਰੋਕ ਲਗਾ ਦਿੱਤੀ। ਕਿਸੇ ਤੀਜੇ ਦੇਸ਼ ਤੋਂ ਵੀ ਕੈਨੇਡਾ ਦੇ ਨਾਗਰਿਕ ਭਾਰਤ ਲਈ ਵੀਜ਼ਾ ਨਹੀਂ ਅਪਲਾਈ ਕਰ ਸਕਣਗੇ। ਇਹ ਸਭ ਤੋਂ ਵੱਡਾ ਕੰਮ ਹੈ ਜਿਹੜਾ ਇਹ ਕੀਤਾ ਗਿਆ। ਦੂਜਾ ਸਵਾਲ, ਵੀਜ਼ਾ ਰੋਕ ਨਾਲ ਕੌਣ ਹੋਵੇਗਾ ਪ੍ਰਭਾਵਿਤ ਕੌਣ ਹੋਏਗਾ ਉਹ ਸੁਣ ਲਓ। ਜਵਾਬ, ਉਹ ਕੈਨੇਡਾ ਦਾ ਨਾਗਰਿਕ ਜੋ ਭਾਰਤ ਆਉਣਾ ਚਾਹੁੰਦੇ ਨੇ ਪਰ ਹੁਣ ਤੱਕ ਵੀਜ਼ਾ ਨਹੀਂ ਮਿਲਿਆ। ਕੈਨੇਡੀਅਨ ਟੂਰਿਸਟ, ਬਿਜ਼ਨਸ ਟਰੈਵਲਰ ਅਤੇ ਭਾਰਤੀ ਨਾਗਰਿਕਾਂ ਦੇ ਰਿਸ਼ਤੇਦਾਰ ਅਤੇ ਦੋਸਤ ਜੋ ਭਾਰਤ ਆਉਣਾ ਚਾਹੁੰਦੇ ਹਨ ਉਹ ਹੁਣ ਭਾਰਤ ਨਹੀਂ ਆ ਸਕਣਗੇ, ਉਹ ਪ੍ਰਭਾਵਿਤ ਹੋਏ। ਤੀਜਾ ਸਵਾਲ ਕਿ ਜਿਨ੍ਹਾਂ ਕੈਨੇਡਾ ਦੇ ਨਾਗਰਿਕਾਂ ਕੋਲ ਪਹਿਲਾ ਵੀਜ਼ਾ ਹੈ ਉਹਨਾਂ ਤੇ ਅਸਰ ਪਏਗਾ। ਜਵਾਬ ਇਹਦਾ ਕੀ ਹੈ? ਜਵਾਬ ਹੈ ਨਹੀਂ, ਸਿਰਫ ਨਵਾਂ ਵੀਜ਼ਾ ਦੇਣ ਤੇ ਰੋਕ ਲਗਾਈ ਗਈ ਹੈ। ਜਿਨ੍ਹਾਂ ਕੈਨੇਡੀਅਨ ਨਾਗਰਿਕਾਂ ਕੋਲ ਵੀਜ਼ਾ ਹੈ ਉਹ ਭਾਰਤ ਆ ਸਕਦੇ ਨੇ, ਜਿਨ੍ਹਾਂ ਕੋਲ ਨਹੀਂ ਹੈ ਉਹਨਾਂ ਨੂੰ ਰੋਕਣਾ ਪਏਗਾ। ਸਵਾਲ, OCI ਕਾਰਡ ਹੋਲਡਰ ਭਾਰਤੀ ਮੂਲ ਦੇ ਕੈਨੇਡਾ ਨਾਗਰਿਕਾਂ ਤੇ ਇਸ ਦਾ ਕੋਈ ਅਸਰ ਪਵੇਗਾ? ਇੱਕ ਅਹਿਮ ਸਵਾਲ। ਜਵਾਬ ਨਹੀਂ, ਜਿਨ੍ਹਾਂ ਕੋਲ ਵੈਧ ਓਵਰਸੀਜ਼ ਸਿਟੀਜ਼ਨ ਆਫ ਇੰਡੀਆ ਕਾਰਡ ਹੈ ਜਾਂ ਲੌਂਗ ਟਰਮ ਵੀਜ਼ਾ ਹੈ ਉਹਨਾਂ ਤੇ ਇਸ ਦਾ ਕੋਈ ਪ੍ਰਭਾਵ ਨਹੀਂ ਪਏਗਾ। ਇਸ ਦਾ ਜਵਾਬ ਇਹ ਹੈ। ਅਗਲਾ ਸਵਾਲ, ਕੀ ਕੈਨੇਡਾ ਜਾਣ ਦੇ ਚਾਹਵਾਨ ਭਾਰਤੀਆਂ ਨੂੰ ਮਿਲ ਸਕੇਗਾ ਵੀਜ਼ਾ? ਇਹ ਇੱਕ ਅਹਿਮ ਸਵਾਲ ਹੈ ਜਿਸ ਦੇ ਵਿੱਚ ਜਵਾਬ, ਹੁਣ ਤੱਕ ਕੈਨੇਡਾ ਨੇ ਭਾਰਤੀਆਂ ਨੂੰ ਵੀਜ਼ਾ ਦੇਣ ਤੇ ਰੋਕ ਨਹੀਂ ਲਗਾਈ ਹੈ ਪਰ ਸਭ ਕੁਝ ਆਉਣ ਵਾਲੇ ਦਿਨਾਂ ਦੇ ਵਿੱਚ ਕੈਨੇਡਾ ਦੇ ਰੁਖ ਤੇ ਨਿਰਭਰ ਕਰੇਗਾ ਕਿ ਕੀ ਉਹ ਵੀ ਭਾਰਤ ਵਾਂਗ ਹੀ ਆਪਣਾ ਰੁਖ ਅਪਣਾਉਂਦਾ ਕਿ ਨਹੀਂ ਅਪਣਾਉਂਦਾ। ਫਿਲਹਾਲ ਕੈਨੇਡਾ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਤੇ ਕੋਈ ਰੋਕ ਨਹੀਂ ਹੈ। ਕੀ ਕੈਨੇਡਾ ਦੇ ਵਿੱਚ ਮੌਜੂਦ ਭਾਰਤੀ ਵਿਦਿਆਰਥੀਆਂ ਤੇ ਇਸ ਦਾ ਅਸਰ ਹੋਵੇਗਾ? ਇਹ ਸਵਾਲ ਬਹੁਤ ਇੰਪੋਰਟੈਂਟ ਜਿਹੜਾ ਹਰ ਇੱਕ ਦੇ ਜ਼ਿਹਨ ਦੇ ਵਿੱਚ ਹੁੰਦਾ। ਨਹੀਂ, ਜੇਕਰ ਹੁਣ ਤੱਕ ਉਹਨਾਂ ਨੇ ਕੈਨੇਡਾ ਦੀ ਨਾਗਰਿਕਤਾ ਨਹੀਂ ਲਈ ਤਾਂ ਅਜਿਹੇ ਲੋਕਾਂ ਤੇ ਵਿਦਿਆਰਥੀਆਂ ਨੂੰ ਨਹੀਂ ਪਏਗਾ ਕੋਈ ਅਸਰ, ਉਹ ਪਹਿਲਾਂ ਵਾਂਗ ਹੀ ਭਾਰਤ ਆ ਜਾ ਸਕਣਗੇ। ਇਹ ਸਿਰਫ ਜਿਹੜੇ ਕੈਨੇਡਾ ਦੇ ਨਾਗਰਿਕ ਨੇ ਉਹਨਾਂ ਤੇ ਇਹ ਲਾਗੂ ਹੋਏਗਾ। ਸੋ ਇਹ ਕੁਝ ਸਵਾਲ ਸੀਗੇ ਜਿਹੜੇ ਆਮ ਲੋਕਾਂ ਦੇ ਜ਼ਿਹਨ ਦੇ ਵਿੱਚ ਸੀਗੇ ਜਿਸ ਦਾ ਜਵਾਬ ਤੁਹਾਨੂੰ ਮਿਲ ਗਿਆ। ਪਰ ਮੁਲਕ ਦੇ ਵਿੱਚ ਤਲਖ ਭਰਾ ਮਾਹੌਲ ਜ਼ਰੂਰ ਹੈਗਾ। ਇੱਕ ਹਿੱਸਾ, ਇੱਕ ਤਬਕਾ, ਇੱਕ ਮੀਡੀਆ ਦਾ ਵੀ ਹਿੱਸਾ ਜਿਹੜਾ ਇਸ ਨੂੰ ਹੋਰ ਹੀ ਰੰਗਤ ਦੇਣ ਦੀ ਕੋਸ਼ਿਸ਼ ਕਰ ਰਿਹਾ। ਪੰਜਾਬ ਦੇ ਯੂਥ ਸਿੰਗਰ ਸ਼ੁਭ ਦਾ ਸ਼ੋਅ ਵੀ ਕੈਂਸਲ ਹੋ ਗਿਆ ਔਰ ਉਸ ਤੋਂ ਬਾਅਦ ਵੀ ਬਹੁਤ ਸਾਰੇ ਕਿੰਤੂ ਪਰੰਤੂ ਕੀਤੇ ਗਏ। ਉਸ ਨੂੰ ਖਾਲਿਸਤਾਨ ਦੇ ਨਾਲ ਜੋੜਿਆ ਗਿਆ, ਖਾਲਿਸਤਾਨੀ ਸਿੰਗਰ ਕਿਹਾ ਗਿਆ, ਤਮਾਮ ਤਰ੍ਹਾਂ ਦੇ ਐਲੀਗੇਸ਼ਨ ਲਗਾਏ ਗਏ। ਹਾਲਾਂਕਿ ਉਸਨੇ ਵੀ ਆਪਣਾ ਜਵਾਬ ਲਿਖਿਆ ਕਿ ਮੇਰਾ ਮਨ ਬਹੁਤ ਸੀਗਾ ਕਿ ਮੈਂ ਆਂਦਾ ਪਰ ਕੁਝ ਹਾਲਾਤ ਅਜਿਹੇ ਬਣ ਗਏ ਨੇ ਸੋ ਮੈਂ ਨਹੀਂ ਆ ਸਕਿਆ। ਇਸ ਪੂਰੇ ਮੁੱਦੇ ਤੇ ਗੱਲਬਾਤ ਕਰਨ ਦੇ ਲਈ ਦੋ ਖਾਸ ਮਹਿਮਾਨ ਸਾਡੇ ਨਾਲ ਜੁੜੇ ਹੋਏ ਨੇ। ਪ੍ਰੋਫੈਸਰ ਮੁਹੰਮਦ ਖਾਲਿਦ ਸਾਹਿਬ ਸਿਆਸੀ ਮਾਹਰ ਨੇ ਮਸ਼ਹੂਰ ਔਰ ਪ੍ਰੋਫੈਸਰ ਮਜੀਦ ਸਿੰਘ ਜੀ ਸਿਆਸੀ ਮਾਹਰ ਨੇ। ਬਹੁਤ ਬਹੁਤ ਧੰਨਵਾਦ ਦੋਵੇਂ ਮਹਿਮਾਨਾਂ ਦਾ ਕਿਉਂਕਿ ਦੋਵੇਂ ਨਬਜ਼ ਚੰਗੇ ਤਰੀਕੇ ਨਾਲ ਜਾਣਦੇ ਨੇ ਭਾਰਤ ਦੀ ਵੀ ਤੇ ਕੈਨੇਡਾ ਦੀ ਵੀ। ਸ਼ੁਰੂਆਤ ਕਰਨ ਲਈ ਖਾਲਿਦ ਸਾਹਿਬ ਤੋਂ। ਖਾਲਿਦ ਸਾਹਿਬ, ਜਿਹੜੀਆਂ ਮੈਂ ਕਹਾਂਗਾ ਕਿ ਭਾਰਤ ਨੇ ਕੰਮ ਕੀਤੇ ਨੇ ਵੀਜ਼ਾ ਪ੍ਰਣਾਲੀ ਤੇ ਵੀਜ਼ਾ ਸੇਵਾਵਾਂ ਤੇ ਰੋਕ ਲਗਾ ਦਿੱਤੀ ਔਰ ਉਸ ਤੋਂ ਪਹਿਲਾਂ ਜਿਹੜੇ 2 ਸਟੈਪ ਚੁੱਕੇ ਨੇ, ਪਰ ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਆਪਣਾ ਬਿਆਨ ਮੁੜ ਤੋਂ ਦੁਹਰਾਇਆ ਜਾਣਾ ਔਰ ਬੜੇ ਸਪਸ਼ਟੀਕਰਨ ਦੇ ਨਾਲ ਇਹ ਕਹਿਣਾ ਕਿ ਭਾਰਤ ਨੂੰ ਸਹਿਯੋਗ ਦੇਣਾ ਚਾਹੀਦਾ ਹੈ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਡੇ ਸਾਰਿਆਂ ਦੇ ਸਾਹਮਣੇ ਆ ਜਾਏ, ਰੱਤੀ ਭਰ ਵੀ ਉਹ ਟਸ ਤੋਂ ਮਸ ਨਹੀਂ ਹੋਏ। ਇਹਦਾ ਮਤਲਬ ਹੁਣ ਕੈਨੇਡਾ ਸਰਕਾਰ ਦੇ ਲਈ ਜਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਲਈ ਵੀ ਵਾਪਸ ਪਰਤਣਾ ਬੜਾ ਮੁਸ਼ਕਲ ਹੈ। देखो इतना है कि अगर कैनेडा दा प्राइम मिनिस्टर जी ਆਪੋਜੀਸ਼ਨ ਦੀ ਮੌਜੂਦਗੀ ਦੇ ਵਿੱਚ, ਉਹ ਆਪੋਜੀਸ਼ਨ ਜਿਹੜੀ ਕਿ ਕਾਫੀ ਅਗਰਸਰ ਹੈ ਉੱਥੇ, ਔਰ ਉਹਦੀ ਮੌਜੂਦਗੀ ਦੇ ਵਿੱਚ ਅਗਰ ਉਹ ਇਹ ਗੱਲ ਕਹਿੰਦਾ ਹੈ ਕਿ ਸਾਨੂੰ ਸ਼ੱਕ ਹੈ ਕਿ ਇੰਡੀਆ ਦੀ ਏਜੰਸੀਆਂ ਦਾ ਹੱਥ ਹੈ, ਤਾਂ ਉਹ ਬਿਨਾਂ ਕਿਸੇ ਲੌਜਿਕ ਤੇ ਜਾਂ ਬਿਨਾਂ ਕਿਸੇ ਸਬੂਤ ਉਹਨਾਂ ਦੇ ਹੱਥ ਆਏ ਨਹੀਂ ਕਰ ਸਕਦਾ ਜੀ। ਦੂਸਰੀ ਚੀਜ਼ ਇਹ ਹੈਗੀ ਹੈ ਕਿ ਜਿਸ ਵੇਲੇ ਪ੍ਰੈਸ ਕਾਨਫਰੰਸ ਉਹਨਾਂ ਨੇ ਕੀਤੀ ਹੈ ਉਹਦੇ ਵਿੱਚ ਫਿਰ ਉਹਨਾਂ ਨੇ ਇਹ ਗੱਲ ਕਹੀ ਹੈ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਕਿ ਅਸੀਂ ਜੋ ਕੁਝ ਕਿਹਾ ਸੀ ਉਹਦੇ ਪਰ ਸਟੈਂਡ ਕਰਦੇ ਹਾਂ। ਤੀਸਰੀ ਚੀਜ਼ ਜਿਹੜੀ ਹੈ ਉਹ ਹੈਗੀ ਹੈ
ਅੱਜ ਦੀ ਕੈਨੇਡੀਅਨ ਜਿਹੜੀ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਏਜੰਸੀ ਹੈ ਉਹਨਾਂ ਦੀ, ਜੀ ਉਹਨਾਂ ਨੇ ਕਿਹਾ ਹੈ ਕਿ ਸਬੂਤ ਆਲਮੋਸਟ ਕਨਫਰਮਡ ਹੈ। ਔਰ ਚੌਥੀ ਚੀਜ਼ ਜਿਹੜੀ ਹੈ ਇਹ ਹੈਗੀ ਹੈ ਜੀ ਕਿ ਇੱਕ 5 ਦੇਸ਼ਾਂ ਦਾ ਅਲਾਈਅੰਸ ਹੈ ਜਿਹਨੂੰ ਕਿ 5I ਅਲਾਈਅੰਸ ਕਿਹਾ ਜਾਂਦਾ ਹੈ, ਜਿਹਦੇ ਵਿੱਚ UK, USA, ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ ਹੈਗੇ ਹੈ। ਉਹ ਇਹ ਗੁਪਤਚਰ ਇੰਟੈਲੀਜੈਂਸ ਸ਼ੇਅਰਿੰਗ ਕਰਦੇ ਆ ਜੀ। ਕੈਨੇਡਾ ਦੀ ਨੂੰ ਜੋ ਕੁਝ ਪਤਾ ਲੱਗਿਆ ਉਹ ਕਿਸੇ ਥਰਡ ਕੰਟਰੀ ਦੇ ਇੰਟੈਲੀਜੈਂਸ ਇਨਪੁਟ ਤੋਂ ਪਤਾ ਲੱਗਿਆ। ਬਾਅਦ ਦੇ ਵਿੱਚ ਉਹਨਾਂ ਨੇ ਉਹ ਸਾਰਾ ਕਨਫਰਮੇਸ਼ਨ ਵੀ ਕੀਤੀਆਂ। ਦੋ ਤਰ੍ਹਾਂ ਦੇ ਇੰਟੈਲੀਜੈਂਸ ਉਹ ਕਹਿ ਰਹੇ ਆ ਸਾਡੇ ਕੋਲ ਆਈ, ਇੱਕ ਤਾਂ ਸਿਗਨਲਸ ਦੀ ਇੰਟੈਲੀਜੈਂਸ, ਦੂਸਰੇ ਹਿਊਮਨ ਇੰਟੈਲੀਜੈਂਸ। ਉਹਨਾਂ ਦੋਨਾਂ ਦੇ ਸਿਰ ਤੇ ਇਟ ਮੀਨਸ ਕਿ ਉਹਨਾਂ ਨੇ ਜੋ ਕੁਝ ਵੀ ਕਿਹਾ ਔਰ ਇਹ ਵੀ ਕਿਹਾ ਹੈ ਕਿ ਤੁਸੀਂ ਹੁਣ ਸਾਨੂੰ ਸਹਿਯੋਗ ਦਿਓ। ਹਜੇ ਇੰਡੀਆ ਇਹ ਕਹਿ ਰਿਹਾ ਹੈ ਕਿ ਸਾਨੂੰ ਉਹਨਾਂ ਨੇ ਕਿਸੇ ਤਰ੍ਹਾਂ ਦਾ ਕੋਈ ਕੁਐਸਚਨ ਜਾਂ ਕਿਸੇ ਤਰ੍ਹਾਂ ਦਾ ਕੋਈ ਇਨਪੁਟ ਨਹੀਂ ਦਿੱਤਾ ਹੈ। ਅਗਰ ਨਹੀਂ ਦਿੱਤਾ ਹੈ ਤਾਂ ਉਹਨਾਂ ਦੇ ਜਿਹੜੇ ਅਲਾਈਅੰਸ ਹੈ, ਜਿਹੜੇ ਅਲਾਈਅੰਸ ਪਾਰਟਨਰ ਹੈ ਕੈਨੇਡਾ ਦੇ, ਉਹਨਾਂ ਨੇ ਆਪਣਾ ਖਦਸ਼ਾ ਔਰ ਆਪਣਾ ਕੰਸਰਨ ਜ਼ਰੂਰ ਸ਼ੋ ਕਰ ਦਿੱਤਾ ਔਰ ਉਹਨਾਂ ਨੇ ਵੀ ਇਹੀ ਗੱਲ ਕਿਹਾ ਕਿ ਇੰਡੀਆ ਉਹਨਾਂ ਦੇ ਨਾਲ ਕੋਆਪਰੇਟ ਕਰੇ। ਹੁਣ ਉਹਦੇ ਵਿੱਚ ਦੋ ਚੀਜ਼ਾਂ ਇੰਪੋਰਟੈਂਟ ਹੈ ਹਰਪ੍ਰੀਤ ਜੀ ਕਿ ਇੱਕ ਪਾਸੇ ਤਾਂ ਕੈਨੇਡਾ ਜਿਹੜਾ ਹੈਗਾ ਉਹ ਫਸ ਗਿਆ ਹੈ ਕਿਉਂਕਿ ਇੱਕ ਪਾਸੇ ਉਹਨਾਂ ਦੇ ਵੈਸਟਰਨ ਅਲਾਈਅੰਸ ਹੈ, ਦੂਸਰੇ ਪਾਸੇ ਇੰਡੀਆ ਦੇ ਨਾਲ ਵੀ ਬੜੇ ਰੋਬਸਟ ਰਿਲੇਸ਼ਨਸ਼ਿਪ ਰਹੀ ਆ ਔਰ ਦੂਸਰਿਆਂ ਨਾਲ ਤਾਂ ਹੈ ਹੀ। ਇੰਡੀਆ ਵੀ ਫਸ ਗਿਆ ਹੈ ਕਿਉਂਕਿ ਇੰਡੀਆ ਵਾਸਤੇ ਇੱਕ ਪਾਸੇ ਕੈਨੇਡਾ ਹੈਗਾ, ਦੂਸਰੇ ਪਾਸੇ ਉਹ ਸਟ੍ਰੈਟੇਜਿਕ ਪਾਰਟਨਰ ਹੈ ਨਵੇਂ ਬਣੇ, ਚਾਹੇ USA ਹੈ, ਚਾਹੇ ਆਸਟ੍ਰੇਲੀਆ ਹੈ, ਚਾਹੇ ਜਿਨ੍ਹਾਂ ਨਾਲ ਮਿਲਟਰੀ ਐਕਸਰਸਾਈਜ਼ਸ ਵੀ ਹੁੰਦੀਆਂ ਹੈ, ਸਟ੍ਰੈਟੇਜਿਕ ਪਾਰਟਨਰਸ਼ਿਪ ਵੀ ਹੈ। ਨੈਟੋ ਤੋਂ ਬਾਹਰ ਸਭ ਤੋਂ ਇੰਪੋਰਟੈਂਟ ਅਲਾਈ ਵੀ ਬਣ ਗਿਆ ਹੈ ਔਰ ਜਿਹੜੇ ਵੈਸਟਰਨ ਅਲਾਈਅੰਸ ਹੈ ਉਹਨਾਂ ਵਾਸਤੇ ਵੀ ਇੱਕ ਬੈਲੈਂਸ ਕਰਨਾ ਬੜਾ ਔਖਾ ਹੋ ਗਿਆ। ਹੁਣ ਇਹਦੇ ਵਿੱਚ ਇਹ ਹੈਗਾ ਕਿ ਅਗਰ ਇੰਟਰਨੈਸ਼ਨਲ ਰਿਲੇਸ਼ਨਸ ਦੀ ਮੈਂ ਗੱਲ ਕਰ ਰਿਹਾ, ਅਗਰ ਇਹਦੇ ਵਿੱਚ ਇੰਡੀਆ ਦੇ ਖਿਲਾਫ ਪ੍ਰੂਵ ਹੋ ਜਾਂਦਾ ਹੈ ਜਾਂ ਉਹ ਬੜੇ ਜਿਹਨੂੰ ਕਹਿੰਦੇ ਕ੍ਰੈਡੀਬਲ ਐਵੀਡੈਂਸ ਰੱਖਦੇ ਹੈ ਤਾਂ ਇੰਡੀਆ ਦੀ ਡਿਪਲੋਮੇਸੀ ਵਾਸਤੇ ਬਹੁਤ ਘਾਤਕ ਹੋਏਗਾ। ਔਰ ਟਰੂਡੋ ਪਹਿਲਾਂ ਹੀ ਕਹਿ ਚੁੱਕਿਆ ਹੈ ਕਿ ਇੰਟਰਨੈਸ਼ਨਲ ਲਾਅ ਵਾਸਤੇ ਇਹਦੀਆਂ ਫਾਰ ਰੀਚਿੰਗ ਕਨਸੀਕੁਐਂਸਿਸ ਹੋਣਗੀਆਂ। ਕੈਨੇਡਾ ਨੇ ਗੱਲ ਕਹੀ ਹੈ ਬਿਲਕੁਲ। ਇਟ ਮੀਨਸ ਕਿ ਅਗਰ ਇਹ ਗੱਲ ਹੁੰਦੀ ਹੈ ਤਾਂ ਇੰਡੀਆ ਨੂੰ ਆਪਣਾ ਬਚਾਅ ਕਰਨਾ ਇੰਟਰਨੈਸ਼ਨਲ ਲੈਵਲ ਤੇ, ਕਿਉਂਕਿ ਪਹਿਲਾਂ ਐਕਸਟਰਾ ਟੈਰੀਟੋਰੀਅਲ ਕਿਲਿੰਗਸ ਕਰਵਾਉਂਦਾ ਥਾ ਇਜ਼ਰਾਈਲ, ਅਮਰੀਕਾ, CIA ਵਗੈਰਾ। ਹੁਣ ਇੰਡੀਆ ਤੇ ਵੀ ਇਲਜ਼ਾਮ ਲੱਗਣਗੇ ਤਾਂ ਇੰਡੀਆ ਜਿਹੜਾ ਆਪਣੇ ਆਪ ਨੂੰ ਵਿਸ਼ਵ ਗੁਰੂ ਔਰ ਆਪਣੇ ਆਪ ਨੂੰ ਇਹ ਕਹਿੰਦਾ ਸਾਡੀ ਡਿਪਲੋਮੇਸੀ ਬੜੀ ਪੀਸਫੁਲ ਡਿਪਲੋਮੇਸੀ ਹੈ, ਉਸ ਲਾਈਨ ਦੇ ਵਿੱਚ ਉਹ ਵੀ ਖੜਾ ਹੋ ਜਾਏਗਾ ਇੰਡੀਆ ਵੀ ਕਿ ਇਹ ਵੀ ਐਕਸਟਰਾ ਟੈਰੀਟੋਰੀਅਲ ਜਾਂ ਐਕਸਟਰਾ ਜੁਡੀਸ਼ੀਅਲ ਕਿਲਿੰਗ ਦੂਸਰੇ ਉਹਦੇ ਵਿੱਚ ਕਰਾਉਣਾ। ਔਰ ਮੈਂ ਲਾਸਟ ਗੱਲ ਕਹਾਂਗਾ ਕਿ ਇਹ ਇੱਕ ਬਹੁਤ ਵੱਡਾ ਮੁੱਦਾ ਇਸ ਕਰਕੇ ਵੀ ਹੈ ਕਿ ਦੂਸਰੇ ਕੰਟਰੀ ਦੇ ਨਾਗਰਿਕ ਨੂੰ ਉਸੇ ਕੰਟਰੀ 'ਚ ਮਰਵਾਉਣਾ ਅਗਰ ਇਹ ਸਿੱਧ ਹੋ ਜਾਂਦਾ ਹੈ ਤਾਂ ਇਹ ਸੋਵਰੇਨਟੀ ਦਾ ਵੀ ਬਹੁਤ ਵੱਡਾ ਮਸਲਾ ਬਣਦਾ ਹੈ ਕਿ ਤੁਸੀਂ ਕਿਸੇ ਦੇਸ਼ ਦੀ ਸੋਵਰੇਨਟੀ ਜਿਹੜੀ ਹੈਗੀ ਹੈ ਉਹਦੇ ਪਰ ਹਮਲਾ ਕਰ ਰਹੇ ਹੋ। ਬਿਲਕੁਲ ਠੀਕ ਹੈ। ਔਰ ਕਈ ਲੋਕ ਇਹ ਸਵਾਲ ਜ਼ਰੂਰ ਚੁੱਕਦੇ ਨੇ ਖਾਲਿਦ ਸਾਹਿਬ, ਮੈਂ ਤੁਹਾਡੇ ਕੋਲ ਦੁਬਾਰਾ ਇਸ ਦਾ ਜਵਾਬ ਲਾਂਗਾ ਕਿ ਇਮੈਚੁਰ ਸਟੇਟਮੈਂਟ ਸੀਗੀ ਜਸਟਿਨ ਟਰੂਡੋ ਦੀ, ਜੇ ਸਬੂਤ ਪਹਿਲਾਂ ਰੱਖੇ ਜਾਂਦੇ ਉਸ ਤੋਂ ਬਾਅਦ ਸਟੇਟਮੈਂਟ ਦਿੱਤੀ ਜਾਂਦੀ ਤਾਂ ਗੱਲ ਵੱਖਰੀ ਹੁੰਦੀ। ਚਲੋ ਉਹਦਾ ਜਵਾਬ ਮੈਂ ਬਾਅਦ ਚੋਂ ਲੈਣਾ। ਪ੍ਰੋਫੈਸਰ ਮਨਜੀਤ ਸਿੰਘ ਹੋਰਾਂ ਤੋਂ ਲੈਣਾ। ਪ੍ਰੋਫੈਸਰ ਮਨਜੀਤ ਸਿੰਘ, ਜਿਹੜੇ 3 ਸਟੈਪ ਭਾਰਤ ਨੇ ਚੁੱਕੇ ਨੇ ਔਰ ਲਗਾਤਾਰ ਇਹ ਗੱਲ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਗਲਤ ਇਲਜ਼ਾਮ, ਝੂਠੇ ਬੇਬੁਨਿਆਦ ਇਲਜ਼ਾਮ ਲਗਾਏ ਜਾ ਰਹੇ ਨੇ ਕਿਉਂਕਿ ਕੈਨੇਡਾ ਬਿਲਕੁਲ ਅਲੱਗ ਥਲੱਗ ਹੋ ਗਿਆ, G20 ਦੇ ਵਿੱਚ ਵੀ ਉਹਦੇ ਕੋਈ ਖਾਸ ਮਹੱਤਵਪੂਰਨ ਰੋਲ ਅਦਾ ਨਹੀਂ ਕਰ ਪਾਇਆ। ਇਸ ਕਰਕੇ ਇਹਨਾਂ ਸਾਰੀਆਂ ਗੱਲਾਂ ਤੋਂ ਧਿਆਨ ਹਟਾਉਣ ਦੇ ਲਈ ਇਹ ਇੱਦਾਂ ਦੇ ਬੇਸਿਰ ਇਲਜ਼ਾਮ ਲਗਾ ਰਹੇ ਨੇ। ਪਹਿਲਾ ਸਵਾਲ ਕਿ ਵਾਕਈ ਤੁਹਾਨੂੰ ਲੱਗਦਾ ਕਿ ਕੋਈ ਪ੍ਰਧਾਨ ਮੰਤਰੀ ਸੰਸਦ ਦੇ ਵਿੱਚ ਖੜ ਕੇ ਬੇਸਿਰ ਬਿਨਾਂ ਸਬੂਤਾਂ ਤੋਂ ਇੰਨੇ ਵੱਡੇ ਐਲੀਗੇਸ਼ਨ ਇੱਕ ਅਜਿਹੇ ਮੁਲਕ ਦੇ ਪ੍ਰਤੀ ਲਾ ਦੇਗਾ ਜੋ ਆਪਣੇ ਆਪ ਨੂੰ ਵਿਸ਼ਵ ਗੁਰੂ ਕਹਿੰਦਾ ਹੋਵੇ ਜਾਂ ਫਿਰ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਲੋਕਤਾਂਤਰਿਕ ਦੇਸ਼ ਹੋਵੇ? ਪਹਿਲਾ ਸਵਾਲ। ਦੂਜਾ ਸਵਾਲ, ਜਿਹੜੀ ਕਾਰਵਾਈ ਇਹਨਾਂ ਨੇ ਕੀਤੀ ਹੈ ਕਿ ਕੈਨੇਡਾ ਦਾ ਸਿਟੀਜ਼ਨ ਹੁਣ ਭਾਰਤ ਨਹੀਂ ਆ ਸਕੇਗਾ, ਉਹਨਾਂ ਦੇ ਵਿੱਚ ਬਹੁਤ ਸਾਰੇ ਪੰਜਾਬੀ ਭਰਾ ਨੇ। ਖਾਸ ਤੌਰ ਤੇ ਪੰਜਾਬ ਦੀ ਮੈਂ ਜੇ ਗੱਲ ਕਰਾਂ ਤਾਂ ਸਤੰਬਰ ਮਹੀਨੇ ਤੋਂ ਲੈ ਕੇ ਫਰਵਰੀ ਮਹੀਨੇ ਤੱਕ ਵਿਆਹ ਸ਼ਾਦੀਆਂ, ਮੇਲੇ, ਵਿਰਾਸਤੀ ਮੇਲੇ, ਇਹ ਸਾਰਾ ਕੁਝ ਇਹਨਾਂ ਦਿਨਾਂ ਦੌਰਾਨ ਹੀ ਹੁੰਦਾ। ਤਾਂ ਤੁਹਾਨੂੰ ਲੱਗਦਾ ਹੈ ਕਿ ਇਹਦਾ ਸਭ ਤੋਂ ਵੱਡਾ ਸੇਕ ਹੈ ਜਿਹੜਾ ਉਹ ਪੰਜਾਬੀਆਂ ਨੂੰ ਲੱਗਣ ਵਾਲਾ? ਨਹੀਂ, ਬਿਲਕੁਲ ਲੱਗੂਗਾ। ਮੈਂ ਦੂਜੇ ਸਵਾਲ ਦਾ ਹੀ ਪਹਿਲਾਂ ਜਵਾਬ ਦੇ ਦੇਣਾ, ਜੇ ਮੈਂ ਪਹਿਲਾਂ ਭੁੱਲ ਗਿਆ ਤੇ ਮੈਨੂੰ ਦੁਬਾਰਾ ਚੇਤੇ ਕਰਾ ਦਿਓ ਸਵਾਲ ਤੁਸੀਂ। ਦੂਜਾ ਸਵਾਲ ਇਹ ਜਿਹੜਾ ਬੜਾ ਅਹਿਮ ਸਵਾਲ ਹੈਗਾ ਕਿ ਦੇਖੋ ਜਿੰਨੇ ਵੀ ਉੱਥੇ ਟੋਟਲ ਇੰਡੀਅਨ ਜਿਹੜੇ ਪਿਛਲੀ ਵੀ ਇੰਡੀਅਨ ਗਏ ਆ, ਖਾਸ ਕਰਕੇ ਜਿਹੜੇ ਨੌਜਵਾਨ ਬੱਚੇ ਪੜ੍ਹਨ ਲਿਖਣ ਲਈ ਗਏ ਆ, ਅੱਜ ਅਖਬਾਰਾਂ ਦੇ ਵਿੱਚ ਉਹਨਾਂ ਦੇ ਅੰਕੜੇ ਆਏ ਆ ਕਿ ਉਹ 2,26,000 ਸੀ, ਜਿਹਦੇ ਚੋਂ 1,36,000 ਇੰਡੀਅਨ ਬੱਚੇ ਸੀ ਤੇ 68,000 ਕਰੋੜ ਰੁਪਈਆ ਨਾਲ ਲੈ ਕੇ ਕੈਨੇਡਾ ਉਹ ਪਹੁੰਚੇ ਆ। ਤੇ ਜੇ ਜਿਹੜੀ ਇੱਕ ਗੱਲ ਦੀ ਸਾਨੂੰ ਸ਼ੰਕਾ ਇੱਥੇ ਹੋ ਰਹੀ ਹੈ ਕਿ ਵੀ ਕੀ
ਸਾਡੇ ਬੱਚਿਆਂ ਨੂੰ ਪੰਜਾਬੀਆਂ ਨੂੰ ਉਹ ਸੱਚੀ ਮੁੱਚੀ ਉਹ ਵੀ ਖਬਰਾਂ ਅੱਜ ਪ੍ਰਿੰਟ ਦੇ ਮੀਡੀਆ ਦੇ ਵਿੱਚ ਆਈਆਂ ਆ, ਨਾਰਮਲ ਮੀਡੀਆ ਰੂਟੀਨ ਜਿਹੜੇ ਰੈਗੂਲਰ ਮੀਡੀਆ 'ਚ ਵੀ ਦੇਖੋ ਕਈਆਂ ਨੇ ਬੱਚਿਆਂ ਨੇ ਪੈਸੇ ਭਰੇ ਹੋਏ ਉੱਥੇ ਯੂਨੀਵਰਸਿਟੀਆਂ 'ਚ ਕਾਲਜਾਂ ਦੇ ਵਿੱਚ ਕੈਨੇਡਾ ਦੇ ਵਿੱਚ, ਉਹਨਾਂ ਦਾ ਬੈਂਡ ਵਗੈਰਾ ਜੋ ਵੀ ਹੈ ਉਹ ਪੂਰਾ ਹੈਗਾ ਆ, ਔਰ ਉਹਨਾਂ ਨੇ ਜਾ ਕੇ ਜਨਵਰੀ ਦੇ ਵਿੱਚ ਪੜ੍ਹਾਈ ਸ਼ੁਰੂ ਕਰਨੀ, ਅਜੇ ਉਹ ਇੱਥੇ ਆ ਤੇ ਉਹਨਾਂ ਨੂੰ ਚਿੰਤਾ ਹੋ ਗਈ ਕਿ 20-25 ਲੱਖ ਰੁਪਈਆ ਅਸੀਂ ਦੇ ਚੁੱਕੇ ਹਾਂ ਕਿ ਕੀ ਕਿਤੇ ਕੈਨੇਡਾ ਵੀ ਇਹੋ ਜਿਹਾ ਬੰਦਿਸ਼ ਨਹੀਂ ਲਾ ਦੂਗੀ ਕਿ ਅਸੀਂ ਵੀ ਨਹੀਂ ਵੀਜ਼ਾ ਦਿੰਦੇ, ਟਿਟ ਫਾਰ ਟੈਟ ਵਾਲੀ ਗੱਲ। ਇਸ ਗੱਲ ਦਾ ਜਿਸ ਤਰ੍ਹਾਂ ਤੁਸੀਂ ਵੀ ਦੱਸਿਆ, ਮੇਰਾ ਵੀ ਇਹੋ ਸੋਚਣਾ ਕਿ ਕੈਨੇਡਾ ਇਹੋ ਜਿਹੀ ਗਲਤੀ ਨਹੀਂ ਕਰੂਗਾ, ਕਿਉਂਕਿ ਉਹਨਾਂ ਨੂੰ ਜਦੋਂ ਇੰਨੇ ਵੱਡੇ ਪੱਧਰ ਦੇ ਉੱਤੇ ਪੈਸਾ ਆ ਰਿਹਾ, ਆਸਟ੍ਰੇਲੀਆ ਨੂੰ ਆ ਰਿਹਾ, ਕਿ ਉਹ ਇਹੋ ਜਿਹਾ ਬੈਨ ਲਾ ਕੇ ਉਹ ਆਪਣੇ ਪੈਰਾਂ ਤੇ ਕੁਹਾੜਾ ਨਹੀਂ ਮਾਰਨਗੇ। ਉਹਨਾਂ ਦੀ ਅਰਥ ਵਿਵਸਥਾ ਚਰਮਰਾਈ ਹੋਈ ਹੈ, ਬੇਰੁਜ਼ਗਾਰੀ ਹੈਗੀ ਆ, ਮਹਿੰਗਾਈ ਹੈਗੀ ਆ, ਤੇ ਇਸ ਕਰਕੇ ਥੋੜਾ ਜਿਹਾ ਰਾਹਤ ਉਹਨਾਂ ਨੂੰ ਇਹੋ ਜਿਹਾ ਰੌਲਾ ਰੱਪਾ ਪਾ ਕੇ ਜ਼ਰੂਰ ਮਿਲ ਗਈ ਹੋਊਗੀ। ਰਹੀ ਗੱਲ ਪੰਜਾਬੀਆਂ ਦੀ ਜਿਹੜੇ ਉੱਥੋਂ ਦੇ ਆਉਣ ਦੀ ਆ, ਬਿਲਕੁਲ ਠੀਕ ਹੈ। ਇਹਦੇ ਨਾਲ ਦੇਖੋ ਤੁਸੀਂ, ਇਹ ਪਿਛਲੀ ਵਾਰੀ ਦੀ ਜਿਹੜੀ ਚੋਣ ਆ 2019 ਵਾਲੀ, ਉਹਦੇ 'ਚ ਬਾਲਾਕੋਟ ਤੇ ਚੋਣ ਲੜੀ ਗਈ ਕਿ ਅੰਦਰ ਜਾ ਕੇ ਅਸੀਂ ਕਿਸੇ ਨੂੰ ਆਪਾਂ ਦੱਸਾਂਗੇ, ਸਬਕ ਸਿਖਾਵਾਂਗੇ। ਹੁਣ ਕੀ ਹੈ, ਕੈਨੇਡਾ ਦੇ ਉੱਤੇ ਚੋਣ ਲੜਨੇ ਆ। ਪਿਛਲੀ ਵਾਰੀ ਜੰਮੂ ਕਸ਼ਮੀਰ ਸੀਗਾ, ਐਤਕੀ ਕੀ ਪੰਜਾਬ ਇਹਦੇ ਤੇ ਟਾਰਗੇਟ ਬਣੂਗਾ। ਇਸ ਕਿਸਮ ਦਾ ਉੱਥੇ ਵੀ ਕੋਈ ਇਹੋ ਜਿਹੇ ਬੰਦੇ ਹੈਗੇ ਆ, ਪੰਨੂ ਵਰਗੇ ਜਿਹੜੇ ਆ, ਗੁਰਪਤਵੰਤ ਸਿੰਘ ਪੰਨੂ ਵਰਗੇ, ਉਹ ਇਸ ਗੱਲ ਨੂੰ ਹੋਰ ਹਵਾ ਦੇ ਕੇ ਇਸ ਗੱਲ ਨੂੰ ਬਿਲਕੁਲ, ਜੇ ਕੋਈ ਇਹਦੇ ਮਨ ਵਿੱਚ ਨਹੀਂ ਵੀ ਹੈ ਤੇ ਪੱਕੇ ਤੌਰ ਤੇ ਬਿਠਾ ਰਹੇ ਆ ਕਿ ਹਾਂ ਇਸੇ ਕਰਕੇ ਹੀ ਐਸਾ ਜਿਹਾ ਕੁਝ ਹੋਇਆ। ਇਹ ਬੜਾ ਇੱਕ ਅਜੀਬ ਮਾਹੌਲ ਬਣ ਰਿਹਾ। ਜਿਹੜੇ ਉੱਥੋਂ ਦੇ ਬੰਦੇ ਸਾਡੇ ਪੱਕੇ ਬਛਿੰਦੇ ਹੈਗੇ, ਜਿਨ੍ਹਾਂ ਨੂੰ ਪੀਆਰਸ਼ਿਪ ਮਿਲੀ ਹੋਈ ਹੈ, ਸਿਟੀਜ਼ਨ ਬਣੇ ਹੋਏ ਆ, ਉਹਨਾਂ ਲਈ ਇਹ ਦੁਖਦਾਈ ਗੱਲ ਆ, ਮਾੜੀ ਖਬਰ ਹੈਗੀ ਆ। ਪਰ ਕੀ ਇੱਥੇ ਦਾ ਪੋਲੀਟੀਕਲ ਮਾਹੌਲ ਇਹੋ ਜਿਹਾ ਬਣਾ ਕੇ ਕੀ ਇਹ ਜਿਹੜੀਆਂ 2024 ਦੀਆਂ ਚੋਣਾਂ ਐਤਕੀ ਪੰਜਾਬ ਦਾ ਜਾਂ ਇਸ ਕਿਸਮ ਦਾ ਕੈਨੇਡਾ ਦਾ ਮੁੱਦਾ, ਉਹਦੇ ਵਿੱਚ ਖਾਲਿਸਤਾਨ ਦਾ ਮੁੱਦਾ, ਇਹਨਾਂ ਨੂੰ ਲੈ ਕੇ ਤੇ ਕੋਈ ਇਹੋ ਜਿਹਾ ਧਰੂਵੀਕਰਨ ਜਾਂ ਦੇਸ਼ ਦੇ ਵਿੱਚ ਦੇਸ਼ ਭਗਤੀ ਦੀ ਭਾਵਨਾ, ਜਿਵੇਂ ਕੰਗਨਾ ਰਣੌਤ ਕਹਿ ਰਹੀ ਹੈ ਕਿ ਪੰਜਾਬੀਆਂ ਨੂੰ ਪ੍ਰੂਫ ਦੇਣਾ ਚਾਹੀਦਾ, ਪੰਜਾਬੀਆਂ ਨੂੰ ਇੰਜ ਕਰਨਾ ਚਾਹੀਦਾ, ਬੜਾ ਇਹ ਕੌਣ ਹੁੰਦੇ ਆ? ਤੁਸੀਂ ਆਪਣਾ ਫਿਲਮਾਂ ਬਣਾਉਂਦੇ ਬਣਾਈ ਚੱਲੋ, ਤੁਸੀਂ ਰਾਜਨੀਤਿਕ ਗੱਲਾਂ ਕਿਉਂ ਕਰਦੇ ਆ ਕਿ ਇਹ ਅਸੀਂ ਖਾਲਿਸਤਾਨੀ ਨਹੀਂ, ਅਸੀਂ ਦੇਸ਼ ਭਗਤ ਹਾਂ, ਅਸੀਂ ਦੇਸ਼ ਦਾ ਏਕਾ ਚਾਹੁੰਦੇ? ਹੱਦ ਹੋ ਗਈ ਆ, ਸਾਨੂੰ ਬਾਰ-ਬਾਰ ਸਬੂਤ ਦੇਣੇ ਪੈਣਗੇ। ਕਿਉਂ ਨਹੀਂ ਪ੍ਰਧਾਨ ਮੰਤਰੀ ਜਾਂ ਇਹਨਾਂ ਨੂੰ ਲੋਕ ਰੋਕਦੇ? ਇਸ ਲਈ ਜਿਹੜਾ ਇਹ ਬਣ ਰਿਹਾ ਮਾਹੌਲ, ਉਹਦੇ 'ਚ ਹੋ ਸਕਦਾ ਉਧਰੋਂ ਵੀ ਰਾਜਨੀਤੀ ਹੋਵੇ। ਜਿਵੇਂ ਅਪਰੂਵਲ ਰੇਟ ਕਹਿੰਦੇ ਆ, ਟਰੂਡੋ ਦਾ 31% ਆ, ਵਿਰੋਧੀ ਪਾਰਟੀ ਦਾ ਜਿਹੜਾ ਲੀਡਰ ਆ ਉਹਦਾ 40% ਆ, ਤੇ ਜਗਦੀਪ ਉਹਨਾਂ ਦਾ 22% ਹੈਗਾ। ਪਰ ਕੁੱਲ ਮਿਲਾ ਕੇ 53% ਅਜੇ ਵੀ ਰੂਲਿੰਗ ਦਾ ਹੈਗਾ ਨਾ, ਇਸ ਕਰਕੇ ਉਹ ਇੰਨਾ ਵੀ ਅਪਰੂਵਲ ਰੇਟ ਘੱਟ ਨਹੀਂ ਹੈਗਾ। ਦੋਵਾਂ ਦਾ ਮਿਲਾ ਕੇ ਐਨਡੀਪੀ ਦਾ ਤੇ ਜਿਹੜੀ ਲਿਬਰਲ ਪਾਰਟੀ ਇਹਨਾਂ ਦਾ ਉਹ ਇੰਨਾ ਬਣ ਜਾਂਦਾ। ਤਾਂ ਮੇਰਾ ਸੋਚਣਾ ਇਹ ਹੈਗਾ ਕਿ ਜਿਹੜੀ ਤੁਸੀਂ ਸਵਾਲ ਕਰਦੇ ਆ, ਸਾਡੀ ਸਭ ਤੋਂ ਵੱਧ ਪੰਜਾਬੀਆਂ ਦੀ ਕੁਰਬਾਨੀ ਭਾਵੇਂ ਇੱਥੇ ਬੈਠੇ ਭਾਵੇਂ ਉੱਥੇ ਬੈਠੇ ਆ, ਉਹ ਦਿੱਤੀ ਜਾ ਰਹੀ ਹੈ। ਇਹ ਟੈਂਪਰੇਚਰ ਲਗਾਤਾਰ ਵਧਾਈ ਜਾਣਾ ਸਾਨੂੰ ਕੋਈ ਫਾਇਦਾ ਨਹੀਂ, ਇਹਨੂੰ ਥੱਲੇ ਕਰਨਾ ਚਾਹੀਦਾ ਤੇ ਇਹਨੂੰ ਡਿਪਲੋਮੈਸੀ ਦੇ ਲੈਵਲ ਤੇ ਹੱਲ ਕਰਨਾ ਚਾਹੀਦਾ। ਜਿਹੜਾ ਤੁਸੀਂ 3 ਪੁਆਇੰਟ ਦਿੱਤੇ ਉਹ ਠੀਕ ਹੈ। ਚੌਥਾ ਪੁਆਇੰਟ ਅੱਜ ਦਾ ਵੀ ਐਨਆਈਏ ਦਾ ਦੇਖ ਲਓ, 43 ਬੰਦਿਆਂ ਦੀ ਲਿਸਟ ਉੱਥੇ ਭੇਜਤੀ ਹੈ, 10 ਬੰਦਿਆਂ ਦੀ ਅਮਰੀਕਾ ਭੇਜ ਦਿੱਤੀ ਹੈ ਕਿ ਆਹ 10 ਬੰਦੇ ਆ ਜਿਨ੍ਹਾਂ ਨੇ ਸੈਨ ਫਰਾਂਸਿਸਕੋ ਉੱਥੇ ਹਮਲਾ ਕੀਤਾ ਸੀਗਾ, ਉਹਦੇ ਤੇ ਸਾਡੇ ਕਾਂਸੂਲੇਟ ਤੇ, ਇੰਡੀਅਨ ਕਾਂਸੂਲੇਟ ਤੇ ਸੈਨ ਫਰਾਂਸਿਸਕੋ ਦੇ ਵਿੱਚ। ਹੁਣ ਇਹਦਾ ਮਤਲਬ ਮੇਰਾ ਛੋਟਾ ਜਿਹਾ ਸਵਾਲ ਹੈ ਪ੍ਰੋਫੈਸਰ ਸਾਹਿਬ, ਇੱਕ ਛੋਟਾ ਜਿਹਾ ਸਵਾਲ ਹੈ। ਕਈ ਵਾਰੀ ਨਾ ਤੁਹਾਡੀਆਂ ਸਿਆਸੀ ਮਜਬੂਰੀਆਂ ਹੋ ਜਾਂਦੀਆਂ, ਤੁਸੀਂ ਭਾਰਤ ਦੀ ਸਿਆਸੀ ਮਜਬੂਰੀ ਗਣਾ ਦਿੱਤੀ ਜਾਂ ਇਸ਼ਾਰਾ ਕਰਨ ਦੀ ਕੋਸ਼ਿਸ਼ ਕੀਤੀ ਕਿ ਪਹਿਲਾਂ ਬਾਲਾਕੋਟ ਤੇ ਇਸ ਵਾਰ ਕਿਤੇ ਇਹ ਟਾਰਗੇਟ ਇੱਧਰ ਤਾਂ ਨਹੀਂ ਹੈ ਕਿ ਇਸ ਦੇ ਨਾਮ ਤੇ ਇਲੈਕਸ਼ਨ ਲੜੀ ਜਾਵੇ। ਜੇ ਆਪਾਂ ਸੇਮ ਗੱਲ ਕੈਨੇਡਾ ਦੇ ਵੱਲ ਦੇਖੀ ਜਾਵੇ ਤਾਂ ਹੋ ਸਕਦਾ ਉਹਨਾਂ ਦੀਆਂ ਵੀ ਕੁਝ ਸਿਆਸੀ ਮਜਬੂਰੀਆਂ ਹੋਣ ਕਿ ਉੱਥੇ ਵੀ ਹਾਲਾਤ ਕੋਈ ਬਿਹਤਰ ਨਹੀਂ ਨੇ। ਹਾਲਾਤ ਆਪਾਂ ਨੂੰ ਵੀ ਪਤਾ ਹੈ ਕਿ ਕੈਨੇਡਾ ਕੀ ਨੇ, ਕਿ ਹੋ ਸਕਦਾ ਉਹ ਵੀ ਉਸੇ ਗੱਲ ਤੇ ਇਲੈਕਸ਼ਨ ਲੜਨਾ ਚਾਹੁੰਦੇ ਹੋਣ। ਮੈਂ ਕਹਿੰਦਾ ਜੇ ਹੋਵੇ ਵੀ ਮੰਨ ਲਓ ਤੇ, ਹਾਲਾਂਕਿ ਮੈਨੂੰ ਲੱਗਦਾ ਨਹੀਂ ਕਿ ਇੰਨਾ ਹੋਊਗਾ, ਪਰ ਉਹਨਾਂ ਨੇ ਵੀ, ਉਹਨਾਂ ਨੂੰ ਕਵਰੇਜ, ਮੈਂ ਤੇ ਕਹਿ ਰਿਹਾ ਉਹਨਾਂ ਨੂੰ ਵੀ ਮੀਡੀਆ ਦੀ ਮਾਈਲੇਜ, ਅਟੈਂਸ਼ਨ, ਡਾਇਵਰਜਨ ਤੇ ਉਹਨਾਂ ਨੂੰ ਹੈ, ਦੋਵਾਂ ਨੂੰ ਫਾਇਦਾ। ਉਹਨਾਂ ਨੂੰ ਵੀ ਰਾਜਨੀਤਿਕ ਤੌਰ ਤੇ ਲੋਕਾਂ ਦੀ ਮਹਿੰਗਾਈ ਤੋਂ, ਬੇਰੁਜ਼ਗਾਰੀ ਤੋਂ ਬੱਚੇ ਇੱਥੋਂ ਗਏ ਆ, ਉਹਨਾਂ ਨੂੰ ਵਾਅਦਾ ਕੀਤਾ ਕਿ ਅਸੀਂ ਤੁਹਾਨੂੰ ਹੋਸਟਲ ਦੇਵਾਂਗੇ, ਘਰ ਦੇਵਾਂਗੇ, ਤੇ ਬਾਅਦ ਚ ਨਾਰੇ ਮਾਰਦੇ ਫਿਰਦੇ ਆ ਉਹਨਾਂ ਨੂੰ ਬਾਹਰ ਇੰਨੀ ਠੰਡ ਦੇ ਵਿੱਚ ਕਿੱਥੇ। ਤੇ ਹੁਣ ਉਹਨਾਂ ਨੇ ਵਾਅਦਾ ਕੀਤਾ ਕਿ ਹਾਂ ਅਸੀਂ ਦਿੱਤਾ ਕਿ ਅਸੀਂ ਤੁਹਾਨੂੰ ਜ਼ਰੂਰ ਘਰ ਦੇਵਾਂਗੇ, ਤੁਸੀਂ ਹੜਤਾਲ ਨੂੰ ਵਾਪਸ ਕਰੋ। ਇਹ ਹਾਲਾਤ ਉਹਨਾਂ ਦੇ ਬਣੇ ਹੋਏ ਆ। ਇਸ ਲਈ ਦੋਹਾਂ ਨੂੰ ਹੀ ਇੱਕ ਕਿਸਮ ਦਾ ਫਾਇਦਾ, ਤੇ ਦੋਹਾਂ ਦੀਆਂ ਚੋਣਾਂ, ਮੇਰੇ ਖਿਆਲ ਉਹਨਾਂ ਦੀ ਤੇ ਅਜੇ 25 ਦੇ ਵਿੱਚ ਚੋਣ ਆ, ਸਾਡੀ ਤੇ 24 ਜਾਈ ਸਿਰ ਤੇ ਖੜੀ, ਸਾਡੇ ਤੇ ਚਾਹ ਜ਼ਿਆਦਾ ਪਹਿਲਾਂ ਚੜਿਆ ਹੁੰਦਾ। ਉਸ ਕਿਸਮ ਦਾ ਮਾਹੌਲ ਬਣਾਉਣਾ ਦੇਸ਼ ਦੇ ਅੰਦਰ, ਤੇ ਵਿਦੇਸ਼ਾਂ ਤੋਂ ਵੀ ਉਹ ਹਵਾ ਲੈ ਕੇ ਆਉਣਾ। ਉੱਥੋਂ ਜਿਹੜਾ ਉਹਨਾਂ ਦਾ ਆਰੀਆ ਐਮਪੀ ਹੈਗਾ ਆ ਰੂਲਿੰਗ ਦਾ, ਉਹਨੇ ਕੀ ਬਿਆਨ ਦਿੱਤਾ ਆ ਕਿ ਕਿਸੇ ਨੂੰ ਹਿੰਦੂ ਨੂੰ ਡਰਨ ਦੀ ਲੋੜ ਨਹੀਂ ਆ, ਇੱਥੇ 10 ਲੱਖ ਹਿੰਦੂ ਹੈਗੇ ਆ, ਹਿੰਦੂ ਫਰੰਟ ਬਣ ਗਿਆ ਉੱਥੇ। ਉਹ ਉੱਥੋਂ ਦੇ ਜਸਟਿਨ ਟਰੂਡੋ ਨੂੰ ਚਿੱਠੀਆਂ ਲਿਖ ਰਹੇ ਆ, ਉਧਰੋਂ ਪੰਨੂ ਆਪਣਾ ਟੈਂਪਰੇਚਰ ਚੜਾ ਰਿਹਾ ਕਿ ਹਿੰਦੂਆਂ ਨੂੰ ਵਾਪਸ ਦੇਸ਼ ਵਿੱਚ ਚਲੇ ਜਾਣਾ ਚਾਹੀਦਾ। ਕਿਹੜਾ ਮਾਮਲਾ, ਕਿੱਧਰ ਨੂੰ ਸਾਰੀ ਰਾਜਨੀਤੀ ਜਾ ਰਹੀ ਹੈ? ਕਿ ਐਂਟੀ ਟੈਰਰਿਸਟ ਰਾਜਨੀਤੀ ਹੈ ਕਿ ਐਂਟੀ ਗੈਂਗਸਟਰ ਰਾਜਨੀਤੀ ਹੈ? ਉਦਾਂ ਦੀਆਂ ਸਟੇਟਮੈਂਟਸ ਜਿਹੜੀਆਂ ਨੇ ਭਾਰਤ ਦੇ ਵਿੱਚ ਵੀ
ਦਿੱਤੀਆਂ ਜਾ ਰਹੀਆਂ ਨੇ। ਉਹ ਮੇਜਰ ਆਰਿਆ ਕੋਈ ਹੈਗਾ ਜਿਹੜਾ ਬਿਲਕੁਲ ਰੋਜ਼ ਲਗਾਤਾਰ ਜਾਂਦਾ, ਉਹ ਸਿੰਗਰ ਨੂੰ ਖਾਲਿਸਤਾਨ, ਉਹ ਸ਼ੁਭ ਵਰਗੇ ਸਿੰਗਰ ਨੂੰ ਖਾਲਿਸਤਾਨੀ ਕਹੀ ਜਾਂਦਾ ਜਾਂ ਕਿਸੇ ਨੂੰ ਖਾਲਿਸਤਾਨੀ ਕਹੀ ਜਾਂਦਾ, ਸਾਰਿਆਂ ਨੂੰ ਭੰਡੀ ਜਾਂਦੇ। ਜਿਵੇਂ ਤੁਸੀਂ ਕਿਹਾ ਕਿ ਕੰਗਨਾ ਰਣੌਤ ਨੂੰ ਸਬੂਤ ਚਾਹੀਦਾ, ਪੰਜਾਬੀ ਸਬੂਤ ਦੇਣ ਕਿ ਉਹ ਦੇਸ਼ ਦੇ ਹਿੱਤ ਦੇ ਵਿੱਚ ਨੇ, ਦੇਸ਼ ਦੇ ਰਾਖੇ ਨੇ। ਮੈਨੂੰ ਲੱਗਦਾ ਨਹੀਂ ਕਿ ਪੰਜਾਬੀਆਂ ਨੂੰ ਦੇਸ਼ ਭਗਤੀ ਦਾ ਕੋਈ ਸਬੂਤ ਦੇਣ ਦੀ ਲੋੜ ਵੀ ਹੈ। ਉਹਨਾਂ ਦੇ ਤਾਂ ਲਹੂ ਦੇ ਵਿੱਚ ਦੇਸ਼ ਭਗਤੀ ਹੈ। ਉਹ ਇਤਿਹਾਸ ਖੋਲ ਕੇ ਸ਼ਾਇਦ ਪੜ੍ਹ ਲਵੇ ਤਾਂ ਜ਼ਿਆਦਾ ਬਿਹਤਰ ਰਹੇਗਾ। ਕੁਛ ਐਡ ਆਨ ਕਰਨਾ ਚਾਹੁੰਦੇ ਹੋ ਪ੍ਰੋਫੈਸਰ ਸਾਹਿਬ? ਮੈਂ ਖਾਲਿਦ ਸਾਹਿਬ ਕੋਲ ਚੱਲਿਆ। ਹਾਂ ਬਿਲਕੁਲ, ਮੈਂ ਇੰਨੀ ਗੱਲ ਹੀ ਕਹਿਣਾ ਚਾਹੁੰਦਾ। ਕੱਲ ਇੱਕ ਚੈਨਲ ਦੇ ਉੱਤੇ ਤੁਸੀਂ ਦੇਖੋ ਸਿਮਰਨਜੀਤ ਸਿੰਘ ਮਾਨ ਤੇ ਬਿੱਟੇ ਨੂੰ ਬਿਠਾ ਲਿਆ। ਇਹ ਕੀ ਬਦਮਾਸ਼ੀ ਨਹੀਂ ਤੇ ਕੀ ਹੈ ਭਈ? ਇਹ ਫਿਰ ਸਿਮਰਨਜੀਤ ਸਿੰਘ ਮਾਨ ਬਾਈਕਾਟ ਕਰਕੇ ਚਲੇ ਗਏ। ਤੁਸੀਂ ਲੜਾ ਰਹੇ ਆ, ਤੁਸੀਂ ਸਾਡੇ ਸਿਰ ਸਵਾਹ ਪਾਉਣਾ ਚਾਹੁੰਦੇ, ਸਾਨੂੰ ਬਦਨਾਮ ਕਰਕੇ ਆਪਣੀ ਜਾਂ ਟੀਆਰਪੀ ਜਾਂ ਤੁਸੀਂ ਦੇਸ਼ ਦੇ ਵਿੱਚ ਇੱਕ ਮੈਜੋਰਿਟੀ ਨੂੰ ਕਿਹੋ ਜਿਹਾ ਮੈਸੇਜ ਦੇਣਾ ਚਾਹੁੰਦੇ ਆ ਕਿ ਅਸੀਂ ਅੱਤਵਾਦੀ ਆ। ਇਹ ਗੱਲਾਂ ਬਹੁਤ ਮਾੜੀਆਂ ਆ। ਇਸ ਤਰੀਕੇ ਨਾਲ ਆਪਣੇ ਦੇਸ਼ ਵਾਸੀਆਂ ਦੇ ਉੱਤੇ ਖਾਲਿਦ ਸਾਹਿਬ ਕੋਲ ਚੱਲਦਾ। ਖਾਲਿਦ ਸਾਹਿਬ, ਮੈਂ ਨਾ ਪਰਸੋਂ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਹਾਂਜੀ, ਪਰਸੋਂ ਜੱਦਰ ਸਾਹਿਬ ਦਾ ਬਿਆਨ ਜਦੋਂ ਆਇਆ ਸੀਗਾ, ਉਹਨਾਂ ਨੇ ਕਿਹਾ ਕਿ ਜੇ ਐਲੀਗੇਸ਼ਨ ਲੱਗੇ ਨੇ ਤਾਂ ਭਾਰਤ ਨੂੰ ਇਹਦਾ ਜਵਾਬ ਦੇਣਾ ਚਾਹੀਦਾ ਹੈ। ਜੇ ਐਲੀਗੇਸ਼ਨਾਂ ਦੇ ਵਿੱਚ ਰੱਤੀ ਭਰ ਵੀ ਸੱਚਾਈ ਹੈ ਤਾਂ ਬਹੁਤ ਗੰਭੀਰ ਹੈ। ਵੀ ਸਾਨੂੰ 84 ਕਤਲੇਆਮ ਤੇ 84 ਦਾ ਸਾਕਾ ਯਾਦ ਆ ਰਿਹਾ। ਤੇ ਉਸ ਵਕਤ ਮੈਂ SGPC ਦੇ ਜਨਰਲ ਸਕੱਤਰ ਨੂੰ ਬਿਠਾਇਆ। ਉਹਨਾਂ ਨੇ ਕਿਹਾ ਕਿ ਦੇਖੋ 84 ਵੇਲੇ ਵੀ ਸ਼ੁਰੂਆਤ ਇਦਾਂ ਦੀ ਹੀ ਲਗਭਗ ਹੋਈ ਸੀ, ਇਦਾਂ ਦੀਆਂ ਹੀ ਸਟੇਟਮੈਂਟਾਂ ਦਿੱਤੀਆਂ ਜਾਂਦੀਆਂ ਸੀਗੀਆਂ, ਭਮੱਕੜ ਵਾਲੀਆਂ, ਅੱਗ ਵਰਾਉਣ ਵਾਲੀਆਂ ਸਟੇਟਮੈਂਟਸ ਦਿੱਤੀਆਂ ਜਾਂਦੀਆਂ ਸੀਗੀਆਂ। ਔਰ ਬਾਅਦ ਦੇ ਵਿੱਚ ਸਰਕਾਰ ਤੋਂ ਵੀ ਕੰਟਰੋਲ ਨਹੀਂ ਹੋਇਆ ਕਿਉਂਕਿ ਉਹਨਾਂ ਨੇ ਸ਼ੁਰੂਆਤੀ ਦੌਰ ਦੇ ਵਿੱਚ ਕੰਟਰੋਲ ਨਹੀਂ ਕੀਤਾ। ਤੁਹਾਨੂੰ ਲੱਗਦਾ ਕਿ ਸਰਕਾਰ ਇੱਕ ਅਹਿਮ ਭੂਮਿਕਾ ਨਿਭਾ ਰਹੀ ਹੈ, ਸਾਰਥਕ ਭੂਮਿਕਾ ਨਿਭਾ ਰਹੀ ਹੈ ਕਿ ਦੇਸ਼ ਦੇ ਵਿੱਚ ਜਿਹੜੇ ਅੱਗ ਬਾਲ ਰਹੇ ਨੇ, ਜਿਹੜੇ ਮੈਂ ਕਹਿੰਦਾ ਕਿ ਬਦਨਾਮ ਕਰ ਰਹੇ ਨੇ ਇੱਕ ਪੂਰੀ ਕੌਮ ਨੂੰ, ਉਹਨਾਂ ਦੇ ਖਿਲਾਫ ਕੋਈ ਕਾਰਵਾਈ ਕਰ ਰਹੀ ਹੈ? ਦੇਖੋ ਇਦਾਂ ਹੈ ਹਰਪ੍ਰੀਤ ਜੀ ਕਿ ਇੰਡੀਆ, ਸਾਡੇ ਦੇਸ਼ ਦੇ ਵਿੱਚ ਪਿਛਲੇ 9 ਸਾਲ ਤੇ ਮੀਡੀਆ ਰਾਹੀਂ ਜਾਂ ਸਰਕਾਰ ਦੀ ਜਾਂ ਸਰਕਾਰ ਜਿਹੜੇ ਪਾਰਟੀ ਸਰਕਾਰ 'ਚ ਹੈ ਉਹਦੇ ਸਮਰਥਨ ਦੇ ਨਾਲ ਜਿਸ ਤਰ੍ਹਾਂ ਦੇ ਜ਼ਹਿਰੀਲੇ ਢੰਗ ਦੇ ਨਾਲ ਧਰੂਵੀਕਰਨ ਕੀਤਾ ਗਿਆ ਹੈ, ਉਹ ਧਰੂਵੀਕਰਨ ਇਹ ਸਾਰੇ ਲੋਕ ਮਿਲ ਕੇ ਦੂਸਰੇ ਦੇਸ਼ਾਂ 'ਚ ਵੀ ਜਿੱਥੇ ਜਿੱਥੇ ਸਾਡਾ ਬੈਠਾ ਹੈ ਡਾਇਸਪੋਰਾ, ਉੱਥੇ ਕੀਤਾ ਹੈ ਉਹਨਾਂ ਨੇ। ਔਰ ਇਹ ਬੜੇ ਸੋਚੀ ਸਮਝੀ ਸਾਜ਼ਿਸ਼ ਨਾਲ ਕੀਤਾ ਜਾ ਰਿਹਾ ਹੈ। ਤੁਸੀਂ ਇਹ ਦੇਖੋ ਪਿੱਛੇ ਜੇ UK ਦੇ ਵਿੱਚ ਕੀ ਹੋਇਆ, ਕਿੰਨੇ ਦੰਗੇ ਹੋਏ। ਉਹ ਧਰੂਵੀਕਰਨ ਜਿਹੜਾ ਸੀਗਾ ਉਹ ਹਿੰਦੂ ਵਰਸਸ ਮੁਸਲਿਮ ਸੀਗਾ। ਇੱਥੇ ਜਿਹੜਾ ਧਰੂਵੀਕਰਨ ਹੈ ਉਹ ਸਿੱਖ ਵਰਸਸ ਹਿੰਦੂ ਕੀਤਾ ਜਾ ਰਿਹਾ ਹੈ ਕੈਨੇਡਾ ਦੇ ਵਿੱਚ, ਤੁਹਾਨੂੰ ਪਤਾ ਹੈ। ਔਰ ਇਹਦੇ ਵਿੱਚ ਇਹ ਏਜੰਸੀਜ਼ ਵੀ ਇਨਵੋਲਵਡ ਹੈ ਔਰ ਇਸ ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ ਜਥੇਬੰਦੀਆਂ ਵੀ ਇਨਵੋਲਵ ਹੈ ਜਿਹੜੀਆਂ ਨੂੰ ਇਹ ਧਰੂਵੀਕਰਨ ਵੋਟ ਬੈਂਕ ਪੋਲਿਟਿਕਸ ਵਾਸਤੇ ਸੂਟ ਕਰਦਾ ਹੈ। ਤੁਹਾਨੂੰ ਪਤਾ ਹੈ ਆਸਟ੍ਰੇਲੀਆ ਦੇ ਵਿੱਚੋਂ ਕੀ ਨਿਊਜ਼ ਆਈ ਕਿ ਜਿਨ੍ਹਾਂ ਨੇ ਉੱਥੇ ਮੰਦਿਰ ਦੇ ਉੱਪਰ ਜੋ ਹਮਲਾ ਜਾਂ ਗ੍ਰਾਫਿਟੀਜ਼ ਲਿਖੀਆਂ ਸੀਗੀਆਂ ਉਹ ਸੀਗੇ ਹਿੰਦੂ ਸੀਗੇ ਉਹ। ਯਾਨੀ ਇਸ ਤਰੀਕੇ ਦੇ ਨਾਲ ਤੁਸੀਂ ਆਪਣੇ ਹੀ ਉਹਦੇ ਉੱਪਰ ਕਰਕੇ ਉਸ ਤੋਂ ਬਾਅਦ ਤੁਸੀਂ ਧਰੂਵੀਕਰਨ ਦੀ ਕੋਸ਼ਿਸ਼ ਕਰਦੇ ਹੋ। ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ। ਉਹ ਧਰੂਵੀਕਰਨ ਜਿਹੜਾ ਜ਼ਹਿਰ ਬੜੇ ਸਿਸਟਮੈਟਿਕ ਢੰਗ ਦੇ ਨਾਲ ਵੋਟਾਂ ਨੂੰ ਪਰਮਾਨੈਂਟਲੀ ਆਪਣੇ ਹੱਕ ਦੇ ਵਿੱਚ ਕਰਨ ਵਾਸਤੇ ਮੈਜੋਰਿਟੀ ਦੀਆਂ ਇੱਥੇ ਜ਼ਹਿਰ ਬੋਇਆ ਗਿਆ, ਉਹੀ ਜ਼ਹਿਰ ਜਿੱਥੇ ਜਿੱਥੇ ਵੀ ਡਾਇਸਪੋਰਾ ਬੈਠਾ ਹੈ ਉੱਥੇ ਵੀ ਕੀਤਾ ਜਾ ਰਿਹਾ ਹੈ। ਇੰਡੀਆ ਆਪਾਂ ਕੱਲ ਦੀ ਕਾਰਵਾਈ ਲੈ ਲਈ। ਖਾਲਿਦ ਸਾਹਿਬ, ਜਿਹੜਾ ਸੰਸਦ ਦੇ ਵਿੱਚ ਬੋਲਿਆ ਗਿਆ, ਇੱਕ ਮੈਂਬਰ ਆਫ ਪਾਰਲੀਮੈਂਟ ਕੀ ਬੋਲ ਰਿਹਾ ਉਹਦੇ ਤੇ ਤੁਸੀਂ ਕੋਈ ਵਿਰਾਮ ਨਹੀਂ ਲਗਾ ਰਹੇ। ਉਹ ਕੀ ਨਹੀਂ ਬੋਲਿਆ, ਘੱਟ ਗਿਣਤੀਆਂ ਦੇ ਲਈ ਕੀ ਨਹੀਂ ਬੋਲਿਆ? ਮੈਂ ਤਾਂ ਬੋਲ ਵੀ ਨਹੀਂ ਸਕਦਾ ਤੇ ਦਿਖਾ ਵੀ ਨਹੀਂ ਸਕਦਾ। ਮੈਂ ਤੁਹਾਨੂੰ ਦੱਸਦਾ ਕਿ ਕੈਨੇਡਾ ਦੇ ਵਿੱਚ ਵੀ ਜਸਟਿਨ ਟਰੂਡੋ ਦੀ ਹਮਾਇਤ ਵਿੱਚ ਸਿੱਖ ਤੇ ਮੁਸਲਿਮ ਆਰਗੇਨਾਈਜੇਸ਼ਨਸ ਖੜੀਆਂ ਹੋ ਗਈਆਂ ਔਰ ਦੂਸਰੇ ਜਿਹੜੇ ਸੀਗੇ ਉਹ ਅਗੇਂਸਟ ਖੜੇ ਹੋ ਗਏ ਔਰ ਉਹਨਾਂ ਨੇ ਕਿਹਾ ਅਸੀਂ ਤੁਹਾਨੂੰ ਨਹੀਂ ਰਹਿਣ ਦੇਣਾ। ਉਹ ਕਹਿੰਦੇ ਤੁਸੀਂ ਡਰ ਕੇ ਨਾ ਰਹੀਓ, ਕੋਈ ਗੱਲ ਨਹੀਂ ਆਪਾਂ ਦੇਖਾਂਗੇ। ਉਸ ਤਰ੍ਹਾਂ ਦੀ ਜਿਹੜਾ ਧਰੂਵੀਕਰਨ ਹੈ ਉਹ ਸਾਡੀ ਕਮਿਊਨਿਟੀ ਵਾਸਤੇ, ਸਾਡੇ ਦੇਸ਼ ਵਾਸਤੇ ਜਿਹੜਾ ਹੈਗਾ ਉਹ ਠੀਕ ਨਹੀਂ ਹੈ। ਤੁਹਾਨੂੰ ਮੈਂ ਇੱਕ ਗੱਲ ਦੱਸਦਾ ਕਿ ਜਸਟਿਨ ਟਰੂਡੋ ਜਿਸ ਵੇਲੇ ਸਿੰਗਾਪੁਰ ਤੋਂ G20 ਵਾਸਤੇ ਆਏ, ਉਹਨਾਂ ਨੇ ਸਿੰਗਾਪੁਰ ਦੇ ਵਿੱਚ ਹੀ ਇਹ ਗੱਲ ਕਹਿਤੀ ਸੀ ਕਿ ਮੈਂ ਇੰਡੀਅਨ ਪ੍ਰਾਈਮ ਮਿਨਿਸਟਰ ਦੇ ਨਾਲ ਗੱਲ ਕਰੂੰਗਾ ਕਿ ਉਹ ਸਾਡੇ ਇੰਟਰਨਲ ਮਾਮਲਿਆਂ ਦੇ ਵਿੱਚ ਦਖਲ ਅੰਦਾਜ਼ੀ ਇੰਡੀਆ ਕਰ ਰਿਹਾ ਹੈ। ਔਰ ਦੂਸਰੇ ਉਹਨਾਂ ਨੇ ਵੀ ਕਿਹਾ ਕਿ ਅਸੀਂ ਪਹਿਲਾਂ ਇਹ ਗੱਲ ਕਹਿਣ ਤੋਂ ਪਹਿਲਾਂ ਜਿਹੜੀ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਕਹੀ, ਉਸ ਤੋਂ ਪਹਿਲਾਂ ਇੱਕ ਕੁਆਇਟ ਡਿਪਲੋਮੇਸੀ ਹੁੰਦੀ ਹੈ ਵੀ ਚੁੱਪਚਾਪ ਸੰਕੇਤ ਦੇਣਾ। ਕਹਿੰਦਾ ਅਸੀਂ ਕਰ ਚੁੱਕੇ ਹਾਂ, ਜਦ ਕੋਈ ਜਵਾਬ ਨਹੀਂ ਆਉਂਦਾ ਤਾਂ ਅਸੀਂ ਹੁਣ ਓਪਨਲੀ ਇਹ ਗੱਲ ਕਹਿ ਰਹੇ ਹਾਂ ਕਿ ਇਸ ਤਰ੍ਹਾਂ ਹੋਇਆ। ਔਰ ਇਹਦਾ ਪ੍ਰਭਾਵ ਜਿਵੇਂ ਮੈਂ ਪਹਿਲਾਂ ਕਹਿ ਚੁੱਕਿਆ, ਇਹਦਾ ਪ੍ਰਭਾਵ ਇੰਡੀਅਨ ਕਮਿਊਨਿਟੀ ਖਾਸ ਤੌਰ ਪਰ ਪੰਜਾਬੀ ਔਰ ਪੰਜਾਬੀਆਂ ਦੇ ਵਿੱਚੋਂ ਵੀ ਜਿਹੜੀ ਸਿੱਖ ਕਮਿਊਨਿਟੀ ਹੈ ਜਿਹਦੇ ਵਿੱਚ ਇਹ ਹੈਗਾ ਕਿ ਮਰਨ ਜੀਵਨ ਹੋ ਜਾਵੇ, ਕੈਨੇਡਾ ਪਹੁੰਚਣਾ ਉਹਨਾਂ ਵਾਸਤੇ। ਔਰ ਉਹ ਲੋਕ ਜਿਹੜੇ ਉੱਥੇ ਬੈਠੇ ਆ ਔਰ ਜਿਵੇਂ ਡਾਕਟਰ ਮਨਜੀਤ ਸਿੰਘ ਨੇ ਕਿਹਾ ਕਿ ਜਿਨ੍ਹਾਂ ਨੇ ਲੱਖਾਂ ਰੁਪਇਆ ਆਪਣਾ ਗਾਲਿਆ ਹੋਇਆ, ਕਿਸੇ ਨੇ ਕਰਜ਼ਾ ਚੱਕਿਆ ਹੋਇਆ, ਕਿਸੇ ਨੇ ਵਿਆਜੂ ਲੈਤਾ ਹੋਇਆ,
ਕਿਸੇ ਨੇ ਜ਼ਮੀਨ ਗਹਿਣੇ ਰੱਖੀ ਹੈ, ਕਿਸੇ ਨੇ ਜ਼ਮੀਨ ਵੇਚੀ ਹੈ, ਕਿਸੇ ਨੇ ਘਰ ਜੇ ਉਹ ਕੀਤਾ, ਉਹਨਾਂ ਸਾਰਿਆਂ ਦਾ ਕੀ ਹਾਲ ਹੋਊਗਾ। ਔਰ ਉਹ ਇੱਕ ਪੰਜਾਬੀ ਜਿਨ੍ਹਾਂ ਨੇ ਇੱਥੇ ਗੁਰਦੁਆਰਿਆਂ 'ਚ ਵੀ ਆਉਣਾ ਹੈ, ਹਰ ਸਾਲ ਵੀ ਇੱਥੇ ਆਉਣਾ ਹੈ, ਜਿਨ੍ਹਾਂ ਨੇ ਫੈਸਟੀਵਲਸ ਤੇ ਵੀ ਆਉਣਾ ਹੈ, ਜਿਨ੍ਹਾਂ ਨੇ ਵਿਆਹ ਸ਼ਾਦੀਆਂ ਤੇ ਵੀ ਆਉਣਾ, ਕਈਆਂ ਨੇ ਵਿਆਹ ਸ਼ਾਦੀਆਂ ਰੱਖੀਆਂ ਪਈਆਂ ਹੋਣਗੀਆਂ, ਉਹ ਧਾਰੀਆਂ ਹੋਣਗੀਆਂ, ਉਹ ਸਾਰੇ ਕਿੱਥੇ ਜਾਣਗੇ? ਉਹ ਇੱਕ ਬਹੁਤ ਵੱਡਾ। ਔਰ ਇਹਦਾ ਮਤਲਬ ਹੈਗਾ ਤੁਸੀਂ ਅਗਰ ਤੁਹਾਨੂੰ ਪਤਾ ਹੈ ਕਿ ਕੈਨੇਡੀਅਨ ਨੇ ਤਾਂ ਕਿਸੇ ਨੇ ਗੋਰੇ ਨੇ ਤਾਂ ਆਉਣਾ ਨਹੀਂ ਇੱਥੇ, ਆਉਣਾ ਤਾਂ ਇੱਥੇ ਜਿਹੜਾ ਹੈਗਾ ਜ਼ਿਆਦਾਤਰ ਉਹਨਾਂ ਨਹੀਂ ਹੈ। ਇਹਨਾਂ ਨੂੰ ਟਾਰਗੇਟ ਕਰੋ, ਇਹਨਾਂ ਨੂੰ ਟਾਰਗੇਟ ਕਰਾਂਗੇ ਤਾਂ ਇਹ ਆਪੀ ਚੀਕਾਂ ਮਾਰਨਗੇ, ਇਹ ਉੱਥੇ ਪ੍ਰੈਸ਼ਰ ਪੈਣਗੇ। ਉਹ ਸਾਰੀਆਂ ਚੀਜ਼ਾਂ ਨੂੰ ਸਾਹਮਣੇ ਰੱਖਦੇ ਹੋਏ ਅਗਰ ਆਪਾਂ ਦੇਖੀਏ ਤਾਂ ਡੈਫੀਨਿਟਲੀ ਇਹ ਗੇਮਸ ਵਿਦਿਨ ਗੇਮ, ਜਿਵੇਂ ਕਹਿੰਦੇ ਨਾ ਸਰਕਲ ਵਿਦਿਨ ਸਰਕਲ, ਉਹ ਗੇਮ ਚੱਲ ਰਹੇ ਹੈ ਦੋਨਾਂ ਕੰਟਰੀਜ਼ ਦੇ ਵਿੱਚ, ਜਿਹੜਾ ਕਿ ਆਮ ਆਦਮੀ ਜਿਹੜਾ ਹੈਗਾ ਉਹ ਤਾਂ ਦੁਖੀ ਹੋਏਗਾ, ਆਮ ਆਦਮੀ ਦਾ ਨੁਕਸਾਨ ਹੋਏਗਾ। ਬਿਲਕੁਲ ਪ੍ਰੋਫੈਸਰ ਸਾਹਿਬ, ਇੱਕ ਸਵਾਲ ਕਿ ਜਿਹੜਾ ਇਹ ਜੋ ਕੁਝ ਵੀ ਚੱਲ ਰਿਹਾ ਕਿਉਂਕਿ ਕਿਸੇ ਵੀ ਮੁਲਕ ਦੇ ਵਿੱਚ ਦੂਜੇ ਮੁਲਕ ਦੇ ਨਾਲ ਗੱਲਬਾਤ ਕਰਨ ਦੇ ਲਈ ਬਹੁਤ ਸਾਰੇ ਪ੍ਰਬੰਧ ਹੁੰਦੇ ਨੇ, ਬਹੁਤ ਸਾਰੀਆਂ ਸਟੇਜਸ ਹੁੰਦੀਆਂ ਨੇ, ਉਹਨਾਂ ਸਟੇਜਸ ਤੋਂ ਬਾਅਦ ਤੁਸੀਂ ਪਹੁੰਚਦੇ ਹੋ। ਪ੍ਰੋਫੈਸਰ ਮਨਜੀਤ ਸਿੰਘ ਹੋਰਾਂ ਤੋਂ ਸਵਾਲ ਹੈ ਮੇਰਾ। ਪ੍ਰੋਫੈਸਰ ਸਾਹਿਬ, ਸਵਾਲ ਅਹਿਮ ਇਹ ਹੈ ਕਿ ਪ੍ਰਧਾਨ ਮੰਤਰੀ ਵੱਲੋਂ ਅਜਿਹੀ ਸਟੇਟਮੈਂਟ ਦੇਣ ਤੋਂ ਬਾਅਦ ਮੈਨੂੰ ਲੱਗਦਾ ਪ੍ਰਧਾਨ ਮੰਤਰੀ ਦੀ ਸਟੇਜ ਤਾਂ ਸਭ ਤੋਂ ਐਂਡ ਦੇ ਵਿੱਚ ਆਉਂਦੀ ਹੈ, ਉਸ ਤੋਂ ਪਹਿਲਾਂ ਡਿਪਲੋਮੈਟ ਆਪਸ ਦੇ ਵਿੱਚ ਗੱਲਾਂ ਕਰਦੇ ਨੇ ਜਾਂ ਕੋਈ ਇਹਨਾਂ ਦੀਆਂ ਜੁਆਇੰਟ ਕਾਨਫਰੰਸ ਹੁੰਦੀ ਹੈ, ਜੁਆਇੰਟ ਮੀਟਿੰਗਸ ਹੁੰਦੀਆਂ। ਪਰ ਹੁਣ ਜਿਵੇਂ ਦੇ ਹਾਲਾਤ ਨੇ, ਉਹਨਾਂ ਹਾਲਾਤਾਂ ਦੇ ਵਿੱਚ ਨਾ ਤਾਂ ਕੈਨੇਡਾ ਵਾਪਸ ਮੁੜ ਸਕਦਾ ਆਪਣੇ ਇਲਜ਼ਾਮਾਂ ਤੋਂ, ਉਹਨੂੰ ਪ੍ਰੂਫ ਕਰਨਾ ਪਏਗਾ, ਤੇ ਭਾਰਤ ਸਰਕਾਰ ਪਹਿਲਾਂ ਹੀ ਕਹਿ ਰਹੀ ਕਿ ਅਸੀਂ ਤਾਂ ਦੋਸ਼ੀ ਹੈ ਹੀ ਨਹੀਂ ਆ, ਬਿਨਾਂ ਸਬੂਤਾਂ ਤੋਂ, ਬਿਨਾਂ ਜਿਹੜੀ ਵੀ ਗੱਲਾਂ ਹੈਗੀਆਂ ਉਹਨਾਂ ਤੋਂ। ਫਿਰ ਅਜਿਹੀ ਸਿਚੁਏਸ਼ਨ ਹੱਲ ਹੁੰਦੀ ਹੋਈ ਤੁਹਾਨੂੰ ਨਜ਼ਰ ਆ ਰਹੀ ਹੈ ਪ੍ਰੋਫੈਸਰ ਮਨਜੀਤ? ਨਹੀਂ, ਬਿਲਕੁਲ ਨਹੀਂ ਹੈ। ਮੈਨੂੰ ਲੱਗਦਾ ਕਿ ਹੁਣ ਇਹ ਸਟ੍ਰੈਟਜੀ ਘੱਟੋ ਘੱਟ ਇੰਡੀਆ ਦਾ ਜਿਸ ਤਰ੍ਹਾਂ ਸੁਭਾਅ ਅਸੀਂ ਜਾਣਦੇ, ਇੰਡੀਅਨ ਪੋਲਿਟਿਕਸ ਦੇ ਕਰੈਕਟਰ ਨੂੰ ਜਿਵੇਂ ਅਸੀਂ ਜਾਣਦੇ ਹਾਂ, ਉਹ ਇਸ ਟਰਬਲ ਦੇ ਵਿੱਚੋਂ ਆਪਣਾ ਕੋਈ ਨਾ ਕੋਈ ਪੋਲੀਟੀਕਲ ਮਾਈਲੇਜ ਲੈਣ ਦੀ ਕੋਸ਼ਿਸ਼ ਕਰਨਗੇ, ਨਾ ਕਿ ਉਹਨਾਂ ਨੂੰ ਇਸ ਗੱਲ ਦਾ ਹੋਊਗਾ ਕਿ ਅਸੀਂ ਸੱਚੇ ਹਾਂ ਕਿ ਝੂਠੇ ਹਾਂ, ਸਾਡੀ ਕੋਈ ਬੇਇੱਜ਼ਤੀ ਹੋਊਗੀ। ਤੁਸੀਂ ਇਹ ਤੇ ਦੇਖੋ, ਜਾਣੀ ਹੈਰਾਨੀ ਦੀ ਗੱਲ ਆ, ਕਿੱਡਾ ਵੱਡਾ ਯੂ ਟਰਨ ਆ। ਕੱਲ ਤੱਕ ਤੇ ਜੋ ਬਾਈਡਨ ਤੇ ਉਹਨਾਂ ਦੇ ਘਰ ਜਾ ਕੇ ਆਪਣੇ ਸਾਡੇ ਪ੍ਰਧਾਨ ਮੰਤਰੀ ਡਿਨਰ ਕਰਦੇ ਸੀ, ਸਪੈਸ਼ਲ ਘਰ ਬੁਲਾ ਕੇ ਉਹਨਾਂ ਨੇ ਡਿਨਰ ਦਿੱਤਾ, ਕੋਈ ਛੋਟੀ ਗੱਲ ਆ। ਤੇ ਅੱਜ ਉਹੀ ਬੰਦੇ ਉਹਨਾਂ ਦਾ ਜੇਕ ਸੁਲੀਵਨ ਜਿਹੜਾ ਉਹਨਾਂ ਦਾ NSA ਹੈਗਾ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ, ਉਹ ਕਹਿੰਦਾ ਵੀ ਅਸੀਂ ਕਿਸੇ ਨੂੰ ਮਾਫ ਨਹੀਂ ਕਰਦੇ, ਭਾਵੇਂ ਜਿਹੜਾ ਮਰਜ਼ੀ ਸਾਡੇ ਨਾਲ ਕੋਈ ਵੀ ਰਿਲੇਸ਼ਨ ਹੋਵੇ, ਇਹ ਸੀਰੀਅਸ ਐਲੀਗੇਸ਼ਨ ਹੈਗੇ ਆ, ਕੈਨੇਡਾ ਵੱਲੋਂ ਹੈਗੇ ਆ, ਔਰ ਇਹ ਸਾਡੀ ਸਾਂਝੀ ਇਨਫੋਰਮੇਸ਼ਨ ਦੇ ਆਊਟਪੁੱਟ ਰਿਜ਼ਲਟ ਦੇ ਵਜੋਂ ਹੈ। ਉਹ ਸਾਰੀ ਇੰਟੈਲੀਜੈਂਸ ਉਹਨਾਂ ਦੀ ਘੱਟੋ ਘੱਟ ਇਹ ਤੇ ਪਤਾ ਹੀ ਆ, 5 ਦੇਸ਼ਾਂ ਦੀ ਸਾਂਝੀ ਇੰਟੈਲੀਜੈਂਸ, ਜਿਵੇਂ ਖਾਲਸਾ ਸਾਹਿਬ ਕਹਿ ਰਹੇ ਸੀਗੇ, ਉਹਨਾਂ ਨੇ ਉਹਦੇ ਵਿੱਚੋਂ ਕੱਢ ਕੇ ਦੇ ਸਾਰੀ ਗੱਲ ਦੇ ਉੱਤੇ ਐਲੀਗੇਸ਼ਨ ਬਣਾਏ ਆ। ਇਸ ਲਈ ਇਹਦਾ ਮਤਲਬ ਉਹਨਾਂ ਕੋਲ ਵੀ ਖਾਸਾ ਇਨਪੁਟ ਇਸ ਕਿਸਮ ਦਾ ਹੈ। ਸਾਡੇ ਬੰਦਿਆਂ ਨੂੰ ਵੀ ਹੁਣ ਇਸ ਗੱਲ ਦਾ ਇੱਕ ਤੇ ਠੀਕ ਹੈ ਕਿ ਉਹਨਾਂ ਨੂੰ ਆਪਣਾ ਜਵਾਬ ਕੁਛ ਨਾ ਕੁਛ, ਕਿ ਅਸੀਂ ਇਸ ਨੂੰ ਮੰਨਦੇ ਨਹੀਂ ਜਦ ਤੱਕ ਸਾਨੂੰ ਸਬੂਤ ਨਹੀਂ ਦਿੰਦੇ, ਇਹ ਇੱਕ ਆਪਣੇ ਆਪ 'ਚ ਜਵਾਬ ਹੈਗਾ। ਉਹ ਹੁਣ ਕਿੱਧਰ ਨੂੰ ਲਿਜਾਂਦੇ ਆ, ਕਿੱਧਰ ਨੂੰ ਨਹੀਂ ਜਾਂਦੇ ਤੇ ਉਹਨਾਂ ਦੇ। ਪਰ ਸਾਡੇ ਲਈ ਇਹ ਇੱਕ, ਤੁਹਾਨੂੰ ਮੈਂ ਅੱਜ ਦੇ ਹਾਲਾਤਾਂ 'ਚ ਦੱਸਦਾ ਕਿ ਸਾਡਾ ਲਿਟਰਲੀ ਜਿਹੜਾ ਦੇਸ਼ ਦਾ ਇਮੇਜ ਬੋਲਸਟਰ ਹੋਇਆ ਸੀ G20 'ਚ, ਉਸ ਨੂੰ ਅਸੀਂ ਇੱਕ ਕਿਸਮ ਦੇ ਖਾਸ ਕਸੂਤੇ ਜਗ੍ਹਾ ਤੇ ਖੜਾ ਕਰ ਲਿਆ। ਦੂਜੇ ਪਾਸੇ ਦੱਸਾਂ, ਅਸੀਂ ਉਧਰੋਂ ਵੀ ਜਾ ਰਹੇ ਹਾਂ, ਉਧਰੋਂ ਵੀ ਜਾ ਰਹੇ। ਉਹ 5 ਵੱਡੇ ਦੇਸ਼ ਆ ਜਿਹੜੇ 5 ਆਈਜ਼ ਕਹਿੰਦੇ ਆ, ਜਿਨ੍ਹਾਂ ਨੂੰ ਉਹਨਾਂ ਤੋਂ ਤੇ ਅਸੀਂ ਆਈਸੋਲੇਟ ਹੋ ਰਹੇ ਹਾਂ ਇਸ ਗੱਲ ਦੇ ਉੱਤੇ। ਚੀਨ ਨੇ ਸਾਡੀ ਏਸ਼ੀਅਨ ਗੇਮਸ ਦੇ ਵਾਲੇ ਤੇ ਠਾਕਰ ਕਹਿੰਦਾ ਮੈਂ ਨਹੀਂ ਜਾਂਦੇ, ਆਪਣੇ ਸਪੋਰਟਸ ਮਿਨਿਸਟਰ ਉਹਨਾਂ ਨੇ ਕਹਿ ਰਿਹਾ ਅਰੁਣਾਚਲ ਦੇ ਪਲੇਅਰਸ ਨੂੰ ਅਸੀਂ ਏਸ਼ੀਅਨ ਗੇਮ ਦੇ ਵਿੱਚ ਹਿੱਸਾ ਨਹੀਂ ਲੈਣ ਦਿਆਂਗੇ। ਜਾਣੀ ਅਸੀਂ ਸਾਰੇ ਪਾਸੇ ਹੀ ਡਿਪਲੋਮੇਸੀ ਦੇ ਵਿੱਚ ਕਿਉਂ ਫੇਲ ਹੋ ਰਹੇ ਹਾਂ? ਇਹ ਸਾਡੀ ਐਕਸਟਰਨਲ ਅਫੇਅਰ ਮਿਨਿਸਟਰੀ ਨੂੰ ਸੋਚਣਾ ਪਊਗਾ। ਔਰ ਆਪਾਂ ਛੋਟੇ ਛੋਟੇ ਲਾਹਿਆ ਲੈਣ ਲਈ ਕਦੀ ਆਪਾਂ ਮਨੀਪੁਰ ਦੇ ਤਰ੍ਹਾਂ ਦੀ ਹਾਲਾਤ ਬਣਾ ਕੇ, ਕਦੀ ਨੂਹ ਦੀ ਹਾਲਾਤ ਬਣਾ ਕੇ, ਕਦੀ ਕੈਨੇਡਾ ਦੀ ਹਾਲਾਤ ਬਣਾ ਕੇ ਉਹਦੇ ਵਿੱਚ ਨਾ ਫਸੇ ਰਹੀਏ। ਸਾਰਿਆਂ ਤੋਂ ਇੰਪੋਰਟੈਂਟ ਹੈ ਦੇਸ਼ ਦੇ ਲਾਰਜਰ ਦੁਨੀਆ ਦੇ ਵਿੱਚ ਸਾਡਾ ਇਮੇਜ ਕਿਹੋ ਜਿਹਾ, ਸਾਡੀ ਡੈਮੋਕ੍ਰੇਸੀ ਦਾ, ਸਾਡੀ ਪੋਲਿਟਿਕਸ ਦਾ ਇਸ ਵੇਲੇ ਉਹ ਐਟ ਸਟੇਕ ਹੈਗਾ। ਉਹਦੇ ਬਾਰੇ ਸਰਕਾਰਾਂ ਤੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਤੇ ਆਉਂਦੀਆਂ ਜਾਂਦੀਆਂ ਰਹਿਣਗੀਆਂ, ਪਰ ਮੁਲਕ ਦੇ ਹਾਲਾਤ, ਮੁਲਕ ਦੀ ਇਮੇਜ ਸਭ ਤੋਂ ਵੱਡੀ ਹੈ। ਸਭ ਤੋਂ ਜ਼ਰੂਰੀ ਹੈ ਕਿ ਅਸੀਂ ਆਪਣੀ ਇਮੇਜ ਜਿਹੜੀ ਉਹ ਠੀਕ ਰੱਖੀਏ। ਕੈਨੇਡਾ ਵੱਲੋਂ ਇਲਜ਼ਾਮ ਜ਼ਰੂਰ ਲਗਾਏ ਗਏ ਨੇ, ਹਾਲੇ ਤੱਕ ਸਬੂਤ ਨਹੀਂ ਦਿੱਤੇ ਗਏ। ਜਦੋਂ ਉਹ ਸਬੂਤ ਦੇਗਾ ਉਸ ਤੋਂ ਬਾਅਦ ਕੀ ਹਾਲਾਤ ਬਣਦੇ ਨੇ ਉਸ ਤੇ ਨਜ਼ਰ ਬਣੀ ਦੇਗੀ। ਬਹੁਤ ਬਹੁਤ ਧੰਨਵਾਦ ਦੋਵੇਂ ਖਾਸ ਮਹਿਮਾਨਾਂ ਦਾ ਸਾਡੇ ਨਾਲ ਵਿਚਾਰ ਚਰਚਾ ਕਰਨ ਦੇ ਲਈ। ਸੋ ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਨਾਲ। ਧੰਨਵਾਦ।